गुड आफ्टरनून स्टूडेंट। तो अज आप चैप्टर नंबर 1 6 वट इज़ डेमोक्रेसी वाई डेमोक्रेसी दी वीडियो नंबर 4 स्टार्ट कर रहे हैं। तो इस वीडियो में असी अपना पूरा कंप्लीट चैप्टर कंप्लीट करने की कोशिश करांगे एंड आई होप तुसी सारे वर्ड मीनिंग फाइंड कर ले होंगे। तो चलो आप कंटिन्यू करते हैं साडी 4th वीडियो। थर्ड वीडियो में असी सिर्फ इतों तक पढ़िया सी कंडक्ट तक। हुण आप स्टार्ट करते हैं। फाइनली डेमोक्रेसी इज़ बैटर दैन अदर फॉर्म ऑफ गवर्नमेंट बिकॉज इट इज़ अलाउ अस टू करैक्ट इट इज़ ओन मिसटेक। तो डेमोक्रेसी है बैटर फॉर्म आ दूजिया सरकारों नालों क्योंकि सानू ये अलाउ करती है मिसटेक नू करैक्ट करन दा। ते एक नवा फाइनली साडे सामने पॉइंट आया कि जिहड़ी गवर्नमेंट है डेमोक्रेसी है उहदे विच असीं जिहड़ियां मिसटेक आ उहनूं करैक्ट कर सकते हैं। As we saw above, there is no guarantee that mistake cannot be made in democracy। ਆਪਾਂ ਉੱਪਰ ਦੇਖਿਆ ਕਹਿੰਦੇ ਵੀ ਕੋਈ ਗਰੰਟੀ ਨਹੀਂ ਕਿ ਸ਼ੋਰ ਨਹੀਂ ਗਾ ਵੀ ਡੈਮੋਕ੍ਰੇਸੀ ਦੇ ਵਿੱਚ ਵੀ ਮਿਸਟੇਕਸ ਨਹੀਂ ਹੁੰਦੀਆਂ, ਬਟ ਮਿਸਟੇਕ ਜੇ ਹੋ ਜਾਣ, ਗਲਤੀਆਂ ਹੋ ਜਾਣ, ਉਹਨੂੰ ਸੁਧਾਰਿਆ ਜਾ ਸਕਦਾ। ਕਿਵੇਂ? ਮੰਨ ਲਓ ਕੋਈ ਸਾਡੇ ਜਿਹੜੇ ਲੀਡਰ ਆ, ਪ੍ਰਾਈਮ ਮਿਨਿਸਟਰ ਆ ਜਾਂ ਸਾਡਾ CM ਆ, ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਉਹ ਗਲਤ ਡਿਸੀਜਨ ਲੈ ਲੈਂਦਾ, ਗਲਤ ਕਾਨੂੰਨ ਬਣ ਜਾਂਦਾ ਜਿਹੜਾ ਕਿ ਲੋਕਾਂ ਦੇ ਫੇਵਰ ਵਿੱਚ ਨਾ ਹੋਵੇ, ਤਾਂ ਫਿਰ ਉਹਨੂੰ ਸੁਧਾਰਨ ਦੀ ਸਾਡੇ ਕੋਲੇ ਓਪਰਚੁਨਿਟੀ ਹੁੰਦੀ ਆ। ਜਿਵੇਂ ਅੱਜ ਦੇ ਜਿਹੜੇ ਹੈਗੇ ਆ ਡੇਜ਼ ਆ, ਨਾਓ ਡੇਜ਼ ਜਿਹੜਾ ਹੈਗਾ ਕਾਨੂੰਨ ਪਾਸ ਕੀਤਾ ਗਿਆ ਜੋ ਕਿਸਾਨਾਂ ਦੇ ਉਲਟ ਹੈ, ਉਹਨੂੰ ਠੀਕ ਕਰਨ ਦੀ ਸ਼ਮਤਾ ਡੈਮੋਕ੍ਰੇਸੀ ਦੇ ਵਿੱਚ ਹੈਗੀ ਆ। ਮਤਲਬ ਕਿ ਐਬਿਲਿਟੀ ਆ ਕਿ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ। ਨੋ ਫਾਰਮ ਗਵਰਨਮੈਂਟ ਕੈਨ ਗਰੰਟੀ ਦੈਟ। ਅਤੇ ਕੋਈ ਵੀ ਸਰਕਾਰ ਇਹਦੀ ਗਰੰਟੀ ਨਹੀਂ ਦਿੰਦੀ ਵੀ ਮਿਸਟੇਕ ਨਾ ਹੋਵੇ। The advantage in democracy is that such mistake cannot be hidden for a long time। ਤੇ ਡੈਮੋਕ੍ਰੇਸੀ ਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਮਿਸਟੇਕਸ ਹੋ ਗਈਆਂ ਫਿਰ ਉਹ ਲੰਬੇ ਸਮੇਂ ਤੱਕ ਛੁਪੀਆਂ ਨਹੀਂ ਰਹਿੰਦੀਆਂ ਹੈਗੀਆਂ, ਸਾਹਮਣੇ ਆ ਜਾਂਦੀਆਂ, ਫਿਰ ਲੋਕ ਉਹਦਾ ਵਿਰੋਧ ਕਰਦੇ ਆ, ਫਿਰ ਸਰਕਾਰ ਨੂੰ ਡਿਸੀਜ਼ਨ ਚੇਂਜ ਕਰਨਾ ਪੈਂਦਾ। There is a space for public discussion on the mistakes। ਅਤੇ ਇੱਥੇ ਆਪਣੇ ਕੋਲ ਇੱਕ ਸਪੇਸ ਹੁੰਦੀ ਹੈ, ਇੱਕ ਓਪਰਚੁਨਿਟੀ ਹੁੰਦੀ ਆ ਕਿ ਪਬਲਿਕ ਡਿਸਕਸ਼ਨ ਕਰਵਾਈ ਜਾਵੇ, ਕਿਉਂਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਆ। ਜੇ ਲੋਕਾਂ ਦੇ ਹਿੱਤ ਵਿੱਚ ਫੈਸਲਾ ਨਹੀਂ ਗਾ ਫਿਰ ਕੀ ਆ, ਡਿਸਕਸ਼ਨ ਹੁੰਦੀ ਆ ਅਤੇ ਉਸ ਮਿਸਟੇਕ ਨੂੰ ਦੂਰ ਕੀਤਾ ਜਾਂਦਾ। ਐਂਡ ਦੇਰ ਇਜ਼ ਏ ਰੂਮ ਫਾਰ ਕਰੈਕਸ਼ਨ। ਅਤੇ ਸਾਡੇ ਕੋਲ ਇੱਕ ਰੂਮ ਆ, ਕਹਿਣ ਦਾ ਮਤਲਬ ਕਿ ਸਾਡੇ ਕੋਲ ਪਾਰਲੀਮੈਂਟ ਆ ਜਿੱਥੇ ਬੈਠ ਕੇ ਅਸੀਂ ਜਿਹੜੇ ਸਾਡੇ ਫੈਸਲੇ ਆ, ਲਾਅ ਨੂੰ ਕਰੈਕਟ ਕਰ ਸਕਦੇ ਹਾਂ। ਈਦਰ ਨੀਚੇ ਇੱਕ ਇਹ ਕਾਰਟੂਨ ਬਣਾ ਕੇ ਡਿਬੇਟ ਦਿੱਤੀ ਹੋਈ ਆ 2 ਪਰਸਨ ਦੀ। ਤੁਸੀਂ ਸਟੂਡੈਂਟ ਇਹ ਖੁਦ ਪੜ੍ਹਨੀ ਆ, ਤੁਹਾਡੀ ਐਕਸਟਰਾ ਨੌਲੇਜ ਲਈ ਆ। ਅਸੀਂ ਮੇਨ ਸਾਡਾ ਟੌਪਿਕ ਕੰਟੀਨਿਊ ਕਰਦੇ ਹਾਂ। ਦ ਰੂਲਰ ਹੈਵ ਈਦਰ, ਇੱਥੋਂ ਸਟਾਰਟ ਕਰਕੇ ਈਦਰ ਰੂਲਰ ਹੈਵ ਚੇਂਜ ਦੀਅਰ ਡਿਸੀਜ਼ਨ। ਅਤੇ ਰੂਲਰ ਨੂੰ ਆਪਣਾ ਡਿਸੀਜ਼ਨ ਚੇਂਜ ਕਰਨਾ ਪੈਂਦਾ। ਜਦੋਂ ਹੈਵ ਦੇ ਨਾਲ ਟੂ ਲੱਗਦੇ ਚੇਂਜ ਕਰਨਾ ਪੈਂਦਾ। ਔਰ ਦ ਰੂਲਰ ਕੈਨ ਬੀ ਚੇਂਜਡ। ਅਤੇ ਜਾਂ ਫਿਰ ਜਿਹੜਾ ਰੂਲਰ ਆ ਉਹ ਵੀ ਚੇਂਜ ਹੋ ਜਾਂਦਾ। ਕਿਵੇਂ ਹੋ ਜਾਂਦਾ? ਜੇ ਉਹ ਆਪਣੇ ਡਿਸੀਜ਼ਨ ਨੂੰ ਵਾਪਸ ਨਹੀਂ ਲੈਂਦਾ ਤਾਂ ਆਉਣ ਵਾਲੇ ਟਾਈਮ 'ਤੇ ਜਿਹੜੇ ਲੋਕ ਆ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਕੇ ਜਿਹੜਾ ਲੀਡਰ ਸਾਡਾ ਉਹਨੂੰ ਚੇਂਜ ਕਰ ਦਿੰਦੇ ਆ। ਦਿਸ ਕੈਨਟ ਹੈਪਨ ਇਨ ਨਾਨ ਡੈਮੋਕ੍ਰੇਟਿਕ ਗਵਰਨਮੈਂਟ। ਅਤੇ ਇਹ ਸਾਰਾ ਕੁਛ ਜਿਹੜੀਆਂ ਨਾਨ ਗਵਰਨਮੈਂਟ ਡੈਮੋਕ੍ਰੇਟਿਕ ਸਰਕਾਰਾਂ ਹੈਗੀਆਂ ਜਾਂ ਡਿਕਟੇਟਰਸ਼ਿਪ ਹੈਗੀ ਆ ਜਾਂ ਹੋਰ ਤਰ੍ਹਾਂ ਦੀਆਂ ਸਰਕਾਰਾਂ ਕਈ ਕੰਟਰੀਆਂ ਦੇ ਵਿੱਚ ਹੈਗੀਆਂ, ਜਿਵੇਂ ਅਸੀਂ ਨਾਰਥ ਕੋਰੀਆ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਉੱਥੇ ਇਹ ਸਾਰਾ ਕੁਝ ਸੰਭਵ ਨਹੀਂ ਗਾ। ਲੈਟ ਅਸ ਸਮ ਇਟ ਅਪ। ਤਾਂ ਆਪਾਂ ਇਹਨੂੰ ਸਮ ਅਪ ਕਰਦੇ ਹਾਂ ਕਿ ਡੈਮੋਕ੍ਰੇਸੀ ਕੈਨ ਨਾਟ ਗੈਟ ਅਸ ਐਵਰੀਥਿੰਗ। ਡੈਮੋਕ੍ਰੇਸੀ ਸਾਨੂੰ ਸਾਰਾ ਕੁਛ ਨਹੀਂ ਦਿੰਦੀਗੀ। ਐਂਡ ਇਟ ਇਜ਼ ਨਾਟ ਦਾ ਸੋਲਿਊਸ਼ਨ ਆਫ ਆਲ ਪ੍ਰੋਬਲਮ। ਹੁਣ ਇਹ ਸਾਰੀਆਂ ਪ੍ਰੋਬਲਮ ਦਾ ਸੋਲਿਊਸ਼ਨ ਵੀ ਨਹੀਂ ਆ, ਵੀ ਜਾਦੂ ਦੀ ਛੜੀ ਨਹੀਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਸਾਰੀਆਂ ਪ੍ਰੋਬਲਮ ਇੱਕ ਵਾਰੀ 'ਚ ਸੋਲਵ ਹੋ ਜਾਣਗੀਆਂ। ਬਟ ਇਟ ਇਜ਼ ਕਲੀਅਰਲੀ ਬੈਟਰ ਦੈਨ ਐਨੀ ਅਦਰ ਅਲਟਰਨੇਟਿਵ ਦੈਟ ਵੀ ਨੋ। ਤਾਂ ਬਟ ਇਹ ਇੱਕ ਕਲੀਅਰਲੀ ਸਾਡੇ ਕੋਲ ਆਪਸ਼ਨ ਆ, ਅਲਟਰਨੇਟਿਵ ਹੁੰਦਾ। ਅਲਟਰਨੇਟਿਵ ਦਾ ਮੀਨਿੰਗ ਤੁਸੀਂ ਫਾਈਂਡ ਕਰਨਾ ਕਿ ਦੂਜਾ ਬਦਲ ਕੇ ਜਿਹੜਾ ਅਸੀਂ ਜਾਣਦੇ ਹਾਂ। ਬਟ ਇਟ ਇਜ਼ ਕਲੀਅਰਲੀ ਬੈਟਰ ਦੈਨ ਐਨੀ ਅਦਰ ਅਲਟਰਨੇਟਿਵ ਦੈਟ ਵੀ ਨੋ। ਤਾਂ ਆਪਾਂ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਇਹ ਦੂਜੀਆਂ ਸਰਕਾਰਾਂ ਨਾਲੋਂ, ਦੂਜੇ ਬਦਲ ਨਾਲੋਂ ਵਧੀਆ ਟਾਈਪ ਦੀ ਸਰਕਾਰ ਆ ਡੈਮੋਕ੍ਰੇਟਿਕ, ਜਿਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਜਿਹੜੇ ਹੈਗੇ ਫੈਸਲੇ ਨੂੰ ਕਰੈਕਟ ਕਰਨ ਦਾ। ਇਟ ਆਫਰਸ ਬੈਟਰ ਚਾਂਸ ਆਫ ਏ ਗੁੱਡ ਡਿਸੀਜ਼ਨ। ਸਾਡੇ ਕੋਲ ਗੁੱਡ ਡਿਸੀਜ਼ਨ ਦੇ ਚਾਂਸਿਸ ਜ਼ਿਆਦਾ ਹੁੰਦੇ ਆ, ਕੋਈ ਡਿਸਕਸ਼ਨ ਬਹੁਤ ਹੁੰਦੀ ਹੈ ਹਰੇਕ ਫੈਸਲੇ ਉੱਪਰ। ਇਟ ਇਜ਼ ਲਾਈਕਲੀ ਟੂ ਰਿਸਪੈਕਟ ਪੀਪਲਸ ਓਨ ਵਿਸ਼ਿਸ। ਅਤੇ ਇਹ ਐਂ ਲੱਗਦਾ ਕਿ ਲੋਕ
ਲੋਕਾਂ ਦੀ ਇੱਛਾ ਦੇ ਅਨੁਸਾਰ ਸਾਰਾ ਕੁਝ ਹੋ ਰਿਹਾ। ਰਿਸਪੈਕਟ ਪੀਪਲਸ ਓਨ ਵਿਸ਼ਿਸ, ਅਤੇ ਜਿਹੜੀ ਹੈਗੀ ਆ ਲੋਕਾਂ ਦੀ ਜਿਹੜੇ ਵਿਸ਼ਿਸ ਆ ਉਹਨਾਂ ਦਾ ਧਿਆਨ ਰੱਖਦੀ ਹੈ ਇਹ ਗੌਰਮੈਂਟ। ਐਂਡ ਅਲਾਉਜ਼ ਡਿਫਰੈਂਟ ਕਾਈਂਡ ਆਫ ਪੀਪਲ ਟੂ ਲਿਵ ਟੁਗੈਦਰ, ਅਤੇ ਇਹ ਵੀ ਅਲਾਉ ਕਰਦੀ ਹੈ ਕਿ ਡਿਫਰੈਂਟ ਟਾਈਪ ਆਫ ਜਿਹੜੇ ਪੀਪਲ ਆ, ਲੋਕ ਤਾਂ ਹਿਊਮੈਨਿਟੀ ਵੈਸੇ ਸਾਰੇ ਇੱਕੋ ਜਿਹੀ ਆ, ਬਟ ਕਈਆਂ ਦੇ ਫੇਥ ਅਲੱਗ-ਅਲੱਗ ਹੁੰਦੇ ਆ, ਵਿਸ਼ਵਾਸ ਅਲੱਗ-ਅਲੱਗ ਹੁੰਦੇ ਆ, ਉਹ 'ਚ ਲੋਕ ਇਕੱਠੇ ਰਹਿ ਸਕਦੇ ਇਹਦੇ ਵਿੱਚ। ਸਾਡੇ ਇੰਡੀਆ ਦੇ ਵਿੱਚ ਵੀ ਸਾਰੇ ਰਿਲੀਜਨ ਇਕੱਠੇ ਰਹਿੰਦੇ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ। ਉਸ ਤੋਂ ਨੈਕਸਟ ਸਾਡੀਆਂ ਜਿਹੜੀਆਂ ਕਾਸਟ ਸਿਸਟਮ ਆ ਉਹ ਵੀ ਇਕੱਠਾ ਰਹਿੰਦਾ। ਕਿੰਨਾ ਰਿਲੀਜੀਅਸ ਸਿਸਟਮ ਹੈ ਇੰਡੀਆ ਦਾ, ਬਟ ਫਿਰ ਵੀ ਇਹ ਇਕੱਠੇ ਰਹਿੰਦੇ ਆ। ਲੈਂਗੁਏਜ ਦੇ ਆਧਾਰ 'ਤੇ ਲੋਕ ਵੰਡੇ ਹੋਏ ਆ, ਪੰਜਾਬੀ ਲੈਂਗੁਏਜ ਆ, ਹਿੰਦੀ ਬੋਲਣ ਵਾਲੇ ਆ, ਬੰਗਾਲੀ ਆ, ਕਈ ਜਿਹੜੀਆਂ ਹੈਗੀਆਂ ਲੈਂਗੁਏਜ ਬੋਲਦੇ ਆ, ਬਟ ਉਹ ਫਿਰ ਵੀ ਇਕੱਠੇ ਇੱਕੋ ਕੰਟਰੀ ਦੇ ਵਿੱਚ, ਫੈਡਰਲ ਕੰਟਰੀ ਦੇ ਵਿੱਚ ਰਹਿੰਦੇ ਆ। ਫੈਡਰਲ ਮਤਲਬ ਕਈ ਸਟੇਟਾਂ ਤੋਂ ਬਣੀ ਹੋਇਆ ਇੱਕ ਦੇਸ਼, ਜਿਹਨੂੰ ਅਸੀਂ ਫੈਡਰਲ ਗੌਰਮੈਂਟ ਜਾਂ ਇੰਡੀਅਨ ਗੌਰਮੈਂਟ ਕਹਿੰਦੇ ਹਾਂ। ਈਵਨ ਵੈਨ ਇਟ ਫੇਲਸ ਟੂ ਡਨ ਸਮ ਆਫ ਦੀਸ ਥਿੰਗਸ, ਇਟ ਅਲਾਉਜ਼ ਏ ਵੇ ਆਫ ਕਰੈਕਟਿੰਗ ਇਟਸ ਮਿਸਟੇਕ ਐਂਡ ਆਫਰ ਮੋਰ ਡਿਗਨਿਟੀ ਟੂ ਆਲ ਸਿਟੀਜ਼ਨ। ਦੇਖੋ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਜ਼ਰੂਰੀ ਨਹੀਂ ਕਿ ਡੈਮੋਕ੍ਰੇਸੀ ਦੇ ਵਿੱਚ ਗਲਤੀਆਂ ਨਹੀਂ ਹੋ ਸਕਦੀਆਂ, ਗਲਤੀਆਂ ਹੋ ਸਕਦੀਆਂ, ਬਟ ਸਾਡੇ ਕੋਲ ਇਹ ਚੀਜ਼ਾਂ ਹੁੰਦੀਆਂ ਕਿ ਅਸੀਂ ਇਹਨੂੰ ਕਰੈਕਟ ਕਰ ਸਕੀਏ ਜਿਹੜੀਆਂ ਮਿਸਟੇਕਸ ਹੋ ਗਈਆਂ। ਐਂਡ ਅਸੀਂ ਡਿਗਨਿਟੀ ਟੂ ਆਲ ਸਿਟੀਜ਼ਨ, ਸਾਰੇ ਜਿਹੜੇ ਹੈਗੇ ਲੋਕ ਆ, ਆਲ ਸਿਟੀਜ਼ਨ ਆਫ ਇੰਡੀਆ, ਉਹਨਾਂ ਨੂੰ ਡਿਗਨਿਟੀ, ਭਰੋਸੇਯੋਗਤਾ, ਵਿਸ਼ਵਾਸ, ਰਿਸਪੈਕਟ ਪ੍ਰਾਪਤ ਹੋਵੇ। ਦੈਟ ਇਜ਼ ਵਾਈ ਡੈਮੋਕ੍ਰੇਸੀ ਇਜ਼ ਕੰਸੀਡਰਡ ਦ ਬੈਸਟ ਫਾਰਮ ਆਫ ਗਵਰਨਮੈਂਟ। ਤਾਈਓ ਕਰਕੇ ਆਪਾਂ ਕੀ ਆ ਜਿਹੜੀ ਡੈਮੋਕ੍ਰੇਸੀ ਨੂੰ ਕੰਸੀਡਰ ਕਰਦੇ ਹਾਂ ਕਿ ਸਭ ਤੋਂ ਵਧੀਆ ਜਿਹੜੀ ਟਾਈਪ ਦੀ ਸਰਕਾਰ ਆ ਡੈਮੋਕ੍ਰੇਸੀ, ਕਿਉਂਕਿ ਲੋਕਾਂ ਦੀ ਸਰਕਾਰ ਆ। ਹੁਣ ਦੇਖੋ ਕੈਨੇਡਾ ਦੀ ਐਗਜ਼ਾਮਪਲ ਲੈਂਦੇ ਹਾਂ, ਤੁਹਾਡੇ ਸਾਹਮਣੇ ਕਾਰਟੂਨ ਦਿੱਤਾ ਹੋਇਆ। ਦਿਸ ਕਾਰਟੂਨ ਵਾਜ਼ ਪਬਲਿਸ਼ ਇਨ ਕੈਨੇਡਾ ਜਸਟ ਬਿਫੋਰ ਇਟਸ ਪਾਰਲੀਮੈਂਟਰੀ ਇਲੈਕਸ਼ਨ ਇਨ 2004। ਤਾਂ ਕਾਰਟੂਨ ਪਬਲਿਸ਼ ਕੀਤਾ ਗਿਆ ਸੀਗਾ, ਸਾਰਿਆਂ ਨੂੰ ਵਿਸ਼ਵਾਸ ਸੀਗਾ, ਐਵਰੀਵਨ ਇਨਕਲੂਡਿੰਗ ਦਾ ਕਾਰਟੂਨਿਸਟ ਐਕਸਪੈਕਟਡ ਦਾ ਲਿਬਰਲ ਪਾਰਟੀ ਟੂ ਵਿਨ ਅਗੇਨ। ਉਹਨਾਂ ਨੂੰ ਸੀਗਾ ਵੀ ਲਿਬਰਲ ਪਾਰਟੀ ਦੁਬਾਰਾ ਜਿੱਤੂਗੀ, ਪਰ ਹੁੰਦਾ ਕੀ ਹੈ, ਵੈਨ ਦਾ ਰਿਜ਼ਲਟ ਕੇਮ, ਜੋ ਰਿਜ਼ਲਟ ਆਏ ਦਾ ਲਿਬਰਲ ਪਾਰਟੀ ਲੋਸਟ ਦਾ ਇਲੈਕਸ਼ਨਸ। ਲਿਬਰਲ ਪਾਰਟੀ ਜਿਹੜੀ ਹੈਗੀ ਆ ਇਲੈਕਸ਼ਨਸ ਹਾਰ ਗਈ ਸੀ। ਇਜ਼ ਦਾ ਕਾਰਟੂਨ ਐਨ ਆਰਗੂਮੈਂਟ ਅਗੇਂਸਟ ਡੈਮੋਕ੍ਰੇਸੀ ਔਰ ਫਾਰ ਡੈਮੋਕ੍ਰੇਸੀ। ਹੁਣ ਤੁਸੀਂ ਇਹ ਤੋਂ ਕੀ ਜੱਜ ਕਰ ਸਕਦੇ ਹੋ ਜਿਹੜਾ ਕਾਰਟੂਨ ਆ ਡੈਮੋਕ੍ਰੇਸੀ ਦੇ ਉਲਟਾ ਕਿ ਜਾਂ ਉਹਦੇ ਫੇਵਰ ਦੇ ਵਿੱਚ ਆ। ਬੱਚੇ ਵੈਸੇ ਫੇਵਰ ਦੇ ਵਿੱਚ ਆ, ਕਿਉਂਕਿ ਜਿਹੜੇ ਹੈਗੇ ਆ ਡੈਮੋਕ੍ਰੇਸੀ ਆ ਉਹਦੇ ਵਿੱਚ ਇਹ ਪੋਸੀਬਲ ਹੁੰਦਾ ਹੀ ਹੁੰਦਾ ਕਿ ਕੋਈ ਪਾਰਟੀ ਸਰਕਾਰ ਜਿਹੜੀ ਹੈਗੀ ਆ ਹਾਰ ਜਾਵੇ, ਕਿਉਂਕਿ ਕਈ ਲੋਕ ਸਰਕਾਰ ਤੋਂ ਖੁਸ਼ ਨਹੀਂ ਹੁੰਦੇ ਕਿ ਓਪਨ ਦੇ ਵਿੱਚ ਉਹ ਆਪਣੇ ਵਿਊ ਨਹੀਂ ਪ੍ਰਗਟ ਕਰਦੇ, ਪਰ ਜਦੋਂ ਉਹਨੂੰ ਵੋਟ ਪਾਉਣ ਦਾ ਰਾਈਟ ਮਿਲਦਾ ਤਾਂ ਉਹ ਵੋਟ ਪਾ ਕੇ ਆਪਣਾ ਜਿਹੜਾ ਹੈਗਾ ਦੱਸ ਦਿੰਦੇ ਆ ਕਿ ਅਸੀਂ ਇਸ ਚੀਜ਼ ਲਈ ਐਗਰੀ ਨਹੀਂ ਗੇ। ਨੈਕਸਟ ਆਪਾਂ ਦੇਖਦੇ ਹਾਂ, ਸਾਡਾ ਨੈਕਸਟ ਸਬ ਪੁਆਇੰਟ ਹੈਗਾ 1.4 ਬਰੋਡਰ ਮੀਨਿੰਗ ਆਫ ਡੈਮੋਕ੍ਰੇਸੀ। ਬਰੋਡਰ ਵਰਡ ਤੁਸੀਂ ਫਾਈਂਡ ਕਰਨਾ ਬੱਚੇ, ਬਰੋਡਰ ਮੀਨਿੰਗ ਡੈਮੋਕ੍ਰੇਸੀ ਦਾ ਬਰੋਡਰ ਮੀਨਿੰਗ ਕੀ ਹੈ, ਬਹੁਤ ਵੱਡਾ ਕੀ ਮੀਨਿੰਗ ਆ, ਬਹੁਤ ਗਾਂਹ ਅੱਗੇ ਵਾਲਾ ਮੀਨਿੰਗ ਕੀ ਹੈਗਾ, ਕਿਹਨੂੰ ਕਹਿੰਦੇ ਆ ਡੈਮੋਕ੍ਰੇਸੀ। ਇੱਥੇ ਇੱਕ ਫਿਰ ਕਾਰਟੂਨ ਦਿੱਤਾ ਹੋਇਆ ਬੱਚੇ, ਦਾ ਫੇਮਸ ਕਾਰਟੂਨ ਆਫ ਆਰ ਕੇ ਲਕਸ਼ਮਣ ਕਮੈਂਟ ਔਨ ਦਾ ਸੈਲੀਬ੍ਰੇਸ਼ਨ ਆਫ 50 ਈਅਰ ਆਫ ਇੰਡੀਪੈਂਡੈਂਸ। ਇੰਡੀਪੈਂਡੈਂਸ ਸਾਡੀ ਆਜ਼ਾਦੀ ਦੇ 50 ਸਾਲ ਹੋਣ 'ਤੇ ਜਿਹੜੇ ਆਰ ਕੇ ਲਕਸ਼ਮਣ ਉਹ ਕਮੈਂਟ ਕਰਦੇ ਆ, ਹਾਊ ਮੈਨੀ ਇਮੇਜਸ ਆਫ ਦਾ ਵਾਲ ਡੂ ਯੂ ਰਿਕੋਗਨਾਈਜ਼, ਡੂ ਮੈਨੀ ਕਾਮਨ ਪੀਪਲ ਫੀਲ ਦਾ ਵੇ ਕਾਮਨ ਮੈਨ ਇਨ ਦਿਸ ਕਾਰਟੂਨ ਡਜ਼। ਕਾਮਨ ਮੈਨ ਆਮ ਆਦਮੀ ਲਈ ਕਿਵੇਂ ਆਜ਼ਾਦੀ ਆਈ ਹੈ ਇਹ ਦੇਖ ਸਕਦੇ ਹੋ, ਅਤੇ ਨੀਚੇ ਇੱਕ ਪਿਕਚਰ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਸਾਡਾ ਸਬ ਟੌਪਿਕ 1.3 ਪੜ੍ਹਨ ਤੋਂ ਪਹਿਲਾਂ ਇੱਕ ਪਿਕਚਰ ਦੇਖਦੇ ਹਾਂ ਅਸੀਂ ਕਿ ਕਾਮਨ ਮੈਨ ਦਾ ਕੀ ਹਾਲ ਹੈ। ਲੀਡਰ ਇੰਜੋਏ ਕਰ ਰਿਹਾ, ਕਾਮਨ ਪੀਪਲ ਹਾਲੇ ਵੀ ਸਫਰ ਕਰ ਰਹੇ ਆ। ਹੁਣ ਪੜ੍ਹਦੇ ਹਾਂ, ਇਨ ਦਿਸ ਚੈਪਟਰ ਵੀ ਹੈਵ ਕੰਸੀਡਰਡ ਦ ਮੀਨਿੰਗ ਆਫ ਡੈਮੋਕ੍ਰੇਸੀ ਇਨ ਲਿਮਟਡ ਐਂਡ ਡਿਸਕ੍ਰਿਪਟਿਵ ਸੈਂਸ। ਹੁਣ ਆਪਾਂ ਇਸ ਚੈਪਟਰ ਦੇ ਵਿੱਚ ਜਿਹੜਾ ਮੀਨਿੰਗ ਪੜ੍ਹਿਆ ਹੈਗਾ ਡੈਮੋਕ੍ਰੇਸੀ ਦਾ, ਉਹ ਲਿਮਟਡ ਅਤੇ ਡਿਸਕ੍ਰਿਪਟਿਵ ਸੀਗਾ। ਡਿਸਕ੍ਰਿਪਟਿਵ ਮੀਨਸ, ਡਿਸਕ੍ਰਿਪਟਿਵ ਵਰਡ ਤੁਸੀਂ ਫਾਈਂਡ ਕਰਨਾ ਬੱਚੇ। ਡਿਸਕ੍ਰਿਪਟਿਵ ਮੀਨਸ ਹੈਗਾ ਕਿ ਆਪਾਂ ਜਿਹੜਾ ਜੋ ਕੁਛ ਪੜ੍ਹੇ ਲਿਖਿਆ ਗਿਆ ਉਹ ਪੜ੍ਹਿਆ ਹੈਗਾ, ਜਾਂ ਜੋ ਬੁੱਕ ਦੇ ਵਿੱਚ ਛਾਪਿਆ ਗਿਆ ਹੈਗਾ। ਡਿਸਕ੍ਰਿਪਟਿਵ ਜਿਹੜਾ ਕੁਛ ਡਿਸਕ੍ਰਿਪਸ਼ਨ ਦਿੱਤੀ ਹੈ ਜਿਹਦੀ ਆਪਾਂ। ਵੀ ਹੈਵ ਅੰਡਰਸਟੂਡ ਡੈਮੋਕ੍ਰੇਸੀ ਐਜ਼ ਏ ਫਾਰਮ ਆਫ ਗਵਰਨਮੈਂਟ। ਅਸੀਂ ਆਪਾਂ ਅੰਡਰਸਟੈਂਡ ਕੀਤਾ ਕਿ ਕਿਸ ਟਾਈਪ ਦੀ ਜਿਹੜੀ ਸਰਕਾਰ ਆ ਉਹਨੂੰ ਡੈਮੋਕ੍ਰੇਟਿਕ ਕਹਿੰਦੇ ਆ। ਦਿਸ ਵੇ ਆਫ ਡਿਫਾਈਨਿੰਗ ਡੈਮੋਕ੍ਰੇਸੀ ਹੈਲਪ ਅਸ ਟੂ ਆਈਡੈਂਟੀਫਾਈ ਏ ਕਲੀਅਰ ਸੈਟ ਆਫ ਮਿਨੀਮਲ ਫਿਊਚਰ ਆਫ ਦਾ ਡੈਮੋਕ੍ਰੇਸੀ ਮਸਟ ਹੈਵ।
ਤਾਂ ਜਿਹੜਾ ਹੁਣ ਆਪਾਂ ਉੱਪਰ ਪੜ੍ਹਿਆ ਸਾਰੀ ਡਿਫਾਈਨ ਡੈਫੀਨੇਸ਼ਨ ਪੜ੍ਹੀ ਹੈ, ਸਾਡੀ ਹੈਲਪ ਕਰਦੀ ਆ ਕਿ ਘੱਟ ਤੋਂ ਘੱਟ ਆਪਾਂ ਇਹ ਸਮਝ ਸਕੀਏ ਕਿ ਕਿਹੜੀ ਸਰਕਾਰ ਨੂੰ ਆਪਾਂ ਡੈਮੋਕ੍ਰੇਟਿਕ ਕਹਾਂਗੇ, ਕਿਹੜੀ ਨੂੰ ਨਹੀਂ ਕਹਾਂਗੇ। ਕਿਹੜੇ ਫਿਊਚਰ ਜਿਹੜੇ ਹੈਗੇ ਸਾਨੂੰ ਦੱਸਦੇ ਆ ਕਿ ਆਹ ਸਰਕਾਰ ਡੈਮੋਕ੍ਰੇਟਿਕ ਆ, ਦੂਸਰੀ ਸਰਕਾਰ ਡੈਮੋਕ੍ਰੇਟਿਕ ਨਹੀਂ ਗੀ। The most common form that democracy takes in our times is that of our representative democracy। ਤਾਂ ਮੋਸਟ ਕਾਮਨ ਫਿਊਚਰ ਆਪਾਂ ਕੀ ਪੜ੍ਹਿਆ ਹੈਗਾ, ਫਾਰਮ ਕੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਸਾਡੇ ਕੋਲ ਰੀਪ੍ਰਜੈਂਟੇਟਿਵ ਡੈਮੋਕ੍ਰੇਸੀ ਹੁੰਦੀ ਹੈ। ਰੀਪ੍ਰਜੈਂਟੇਟਿਵ ਦਾ ਮਤਲਬ ਕੀ ਹੈ ਕਿ ਅਸੀਂ ਆਪਣਾ ਇੱਕ ਲੀਡਰ ਚੁਣਦੇ ਹਾਂ, ਫਿਰ ਉਹਨੂੰ ਅਸੀਂ ਪਾਰਲੀਮੈਂਟ ਜਾਂ ਸਾਡੀ ਜਿਹੜੀ ਸਟੇਟ ਅਸੈਂਬਲੀ ਉਹਨਾਂ ਦੇ ਵਿੱਚ ਭੇਜਦੇ ਹਾਂ ਕਿ ਸਾਡੇ ਹਿੱਤਾਂ ਦੀ ਉਹ ਰੱਖਿਆ ਕਰ ਸਕਣ। You have already read about this in the previous classes। ਤੁਸੀਂ ਇਸ ਬਾਰੇ previous classes ਵੀ ਪੜ੍ਹ ਚੁੱਕੇ ਹੋ। In the country we call democracy all the people don't rule। ਆਪਾਂ ਪੜ੍ਹਿਆ ਕਿ in the countries we call democracy, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਆ, ਸਾਰੇ ਪੀਪਲ ਰਾਜ ਨਹੀਂ ਕਰਦੇ ਗੇ। ਇਹਦਾ ਮਤਲਬ ਕਿ ਜਿਵੇਂ ਆਪਾਂ ਪੜ੍ਹਿਆ ਕਿ ਲੋਕਾਂ ਦਾ ਰਾਜ ਹੁੰਦਾ, ਲੋਕਾਂ ਦਾ ਰਾਜ ਕਿਵੇਂ ਹੁੰਦਾ, ਲੋਕ ਸਿੱਧੇ ਤੌਰ 'ਤੇ ਰਾਜ ਨਹੀਂ ਕਰਦੇ ਗੇ, ਲੋਕ ਵੋਟ ਪਾਉਂਦੇ ਆ ਅਤੇ ਐਂਡ ਆਪਣਾ ਕੀ ਚੁਣਦੇ ਆ, ਇੱਕ MP ਜਾਂ MLA ਚੁਣਦੇ ਆ। ਆਲ ਪੀਪਲ ਡੋਂਟ ਰੂਲ, ਮੈਜੋਰਿਟੀ ਇਜ਼ ਅਲਾਊਡ ਟੂ ਟੇਕ ਡਿਸੀਜ਼ਨ ਔਨ ਬਿਹਾਫ ਆਫ ਆਲ ਪੀਪਲ। ਮੈਜੋਰਿਟੀ ਨੂੰ ਆਪਾਂ ਅਲਾਓ ਕਰਦੇ ਹਾਂ ਕਿ ਉਹਨਾਂ ਦੇ ਬਿਹਾਫ 'ਤੇ, ਲੋਕਾਂ ਦੇ ਬਿਹਾਫ 'ਤੇ ਉਹ ਡਿਸੀਜ਼ਨ ਲੈਣ। ਜਿਵੇਂ ਸਾਡਾ ਇੱਕ MLA ਚੁਣਿਆ ਜਾਂ MP ਚੁਣਿਆ, ਉਹ ਫਿਰ ਜਾ ਕੇ ਅੱਗੇ ਸਰਕਾਰ ਦੇ ਵਿੱਚ, ਕੈਬਨਿਟ ਦੇ ਵਿੱਚ ਦੱਸਦਾ ਕਿ ਲੋਕ ਸਾਡੇ ਏਰੀਏ ਦੇ ਲੋਕ ਕੀ ਚਾਹੁੰਦੇ ਆ ਜਾਂ ਸਾਰੇ ਲੋਕ ਕੀ ਚਾਹੁੰਦੇ ਆ। ਜਿਵੇਂ ਹੁਣ ਕਿਸਾਨਾਂ ਦਾ ਮਸਲਾ ਹੈਗਾ, ਸਾਰੇ MP ਇਹ ਜਾ ਕੇ ਦੱਸਦੇ ਆ ਕਿ ਬਹੁਤ ਸਾਰੇ ਲੋਕ, ਇੰਡੀਆ ਦੀ 70% ਆਬਾਦੀ ਕਿਸਾਨ ਆ, ਔਰ ਇਹ ਜਿਹੜਾ ਬਿੱਲ ਆ, ਇਹ ਲਾਅ ਹੈ, ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ, ਇਸ ਕਰਕੇ ਇਹਨੂੰ ਖਾਰਜ ਕਰਨਾ ਪਊਗਾ। ਈਵਨ ਦਾ ਮੈਜੋਰਿਟੀ ਡਜ਼ ਨਾਟ ਰੂਲ ਡਾਇਰੈਕਟਲੀ। ਜਿਹੜੀ ਮੈਜੋਰਿਟੀ ਆ, ਆਮ ਬਹੁਤ ਸਾਰੇ ਲੋਕ ਆ ਡਾਇਰੈਕਟਲੀ ਰੂਲ ਨਹੀਂ ਕਰਦੇ। ਦ ਮੈਜੋਰਿਟੀ ਆਫ ਪੀਪਲ ਰੂਲ ਥਰੂ ਦੀਅਰ ਇਲੈਕਟਡ ਰੀਪ੍ਰਜੈਂਟੇਟਿਵ। ਅਤੇ ਉਹ ਆਪਣਾ ਜਿਹੜਾ ਰਾਜ ਕਰਦੇ ਆ ਕਿਹਨਾਂ ਦੇ, ਉਹ ਆਪਣਾ ਇੱਕ ਲੀਡਰ ਚੁਣਦੇ, ਉਹਦੇ ਜ਼ਰੀਏ ਆਪਣਾ ਰਾਜ ਕਰਦੇ ਆ। ਫਿਰ ਲੀਡਰ ਨੂੰ ਲੋਕ ਦੱਸਦੇ ਕਿ ਸਾਨੂੰ ਕੀ ਚਾਹੀਦਾ, ਸਾਡੀ ਸਟੇਟ ਦੇ ਵਿੱਚ ਕੀ ਹੋਣਾ ਚਾਹੀਦਾ, ਜਾਂ ਕਿੱਦਾਂ ਦਾ ਰੂਲ ਐਂਡ ਰੈਗੂਲੇਸ਼ਨ ਹੋਣੀ ਚਾਹੀਦੀ ਹੈ। ਇਸ ਕਰਕੇ ਉਹ ਸਾਰਾ ਕੁਛ ਆਪਣੇ ਚੁਣੇ ਹੋਏ ਲੀਡਰ ਨੂੰ ਦੱਸ ਦਿੰਦੇ ਆ। ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਕਈ ਹਲਕਿਆਂ ਦੇ ਵਿੱਚੋਂ ਜਿਹੜੇ ਹੈਗੇ MLA ਚੁਣੇ ਆ, MP ਚੁਣੇ ਆ, ਜਿਹੜੇ ਜਾ ਕੇ ਪਾਰਲੀਮੈਂਟ ਵਿੱਚ ਰੌਲਾ ਪਾਉਂਦੇ ਆ ਕਿ ਲੋਕਾਂ ਦੀਆਂ ਕੀ ਪ੍ਰੋਬਲਮਸ ਹਨ, ਉਹਨੂੰ ਸੋਲਵ ਕੀਤਾ ਜਾਵੇ। This become necessary because ਇਹ ਜ਼ਰੂਰੀ ਹੈ ਕਿਉਂਕਿ modern democracy involves such a large number of people that it is physically impossible for them to sit together and take a collective decision। ਹੁਣ ਦੇਖੋ ਸਾਡੇ ਦੇਸ਼ ਦੀ ਆਬਾਦੀ ਇੰਨੀ ਜ਼ਿਆਦਾ ਹੈ ਕਿ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਡਾਇਰੈਕਟ ਇਨਵੋਲਵ ਨਹੀਂ ਕੀਤਾ ਜਾ ਸਕਦਾ, ਕਿ ਸਾਰੇ ਲੋਕਾਂ ਨੂੰ ਇੱਕ ਜਗ੍ਹਾ 'ਤੇ ਬਿਠਾ ਕੇ ਆਪਾਂ ਉਹਨਾਂ ਤੋਂ ਜਿਹੜੇ ਹੈਗੇ ਆ ਉਹਨਾਂ ਤੋਂ ਅਸੈਂਟ ਲਈਏ ਕਿ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ। ਫਿਰ ਸਾਡੇ ਕੋਲ ਇਹੀ ਰਾਹ ਬਚਦਾ ਕਿ ਅਸੀਂ ਆਪਾਂ ਇੱਕ ਲੀਡਰ ਚੁਣੀਏ, ਔਰ ਲੀਡਰ ਅੱਗੇ ਜਾ ਕੇ ਸਾਡੇ ਡਿਸੀਜ਼ਨ, ਸਾਡੇ ਵੱਲੋਂ ਡਿਸੀਜ਼ਨ ਦੇ ਵਿੱਚ ਹਿੱਸਾ ਪਾਊਗਾ ਕਿ ਸਾਡੇ ਲੋਕ ਇਹ ਚਾਹੁੰਦੇ ਜਾਂ ਨਹੀਂ ਚਾਹੁੰਦੇ। ਅਤੇ ਉਹ ਕਈਆਂ ਦੇਸ਼ਾਂ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਹੁੰਦੀ ਹੈ, ਜਿਵੇਂ ਸਵਿਟਜ਼ਰਲੈਂਡ ਆ। ਸਵਿਟਜ਼ਰਲੈਂਡ ਦੀ ਆਬਾਦੀ ਬਹੁਤ ਘੱਟ ਆ, ਉੱਥੇ ਉਹ ਲੋਕਾਂ ਨੂੰ ਇੱਕ ਜਗ੍ਹਾ 'ਤੇ ਬੁਲਾ ਕੇ ਹੀ ਆਪਣੇ ਫੈਸਲੇ ਨਾਲ ਦੀ ਨਾਲ ਕਰ ਲੈਂਦੇ ਆ। ਬਟ ਇੰਡੀਆ ਦੇ ਵਿੱਚ 1 ਅਰਬ ਲਗਭਗ 37 ਕਰੋੜ ਆਬਾਦੀ ਹੈ ਸਾਡੀ, ਜੋ ਬਹੁਤ ਮੁਸ਼ਕਿਲ ਹੈ ਕਿ ਇੱਕ ਸਟੇਟ ਦੇ ਵਿੱਚ ਵੀ ਇਹਨਾਂ ਨੂੰ ਇਕੱਠੇ ਹੋਣਾ। ਈਵਨ ਇਫ ਦੇ ਕੁੱਡ, ਦ ਸਿਟੀਜ਼ਨ ਡਜ਼ ਨਾਟ ਹੈਵ ਦਾ ਟਾਈਮ। ਅਤੇ ਜੇ ਉਹ ਕਰ ਵੀ ਸਕਦੇ ਆ ਇਹ, ਜੇ ਮੰਨ ਲਓ ਕਿਸੇ ਸਟੇਟ ਦੇ ਵਿੱਚ ਇੱਦਾਂ ਹੁੰਦਾ ਵੀ ਆ, ਬਟ ਫਿਰ ਕੀ ਹੈ, ਲੋਕਾਂ ਕੋਲ ਟਾਈਮ ਵੀ ਨਹੀਂ ਹੁੰਦਾ। ਦ ਡਿਜ਼ਾਇਰ ਔਰ ਦਾ ਸਕਿੱਲ ਟੂ ਟੇਕ ਪਾਰਟ ਇਨ ਆਲ ਦਾ ਡਿਸੀਜ਼ਨ। ਸਾਡੇ ਕਈ ਲੋਕਾਂ ਵਿੱਚ ਤਾਂ ਅਨਪੜ੍ਹਤਾ ਇੰਨੀ ਹੈ ਕਿ ਇਹਨਾਂ ਨੂੰ ਡਿਸੀਜ਼ਨ ਬਾਰੇ ਲੈਣ ਬਾਰੇ ਪਤਾ ਹੀ ਨਹੀਂ ਗਾ ਕਿ ਡਿਸੀਜ਼ਨ ਕਿੱਦਾਂ ਲੈਣੇ ਹੈ ਜਾਂ ਕੀ ਕਰਨਾ ਹੈਗਾ। ਦਿਸ ਗਿਵ ਅਸ ਏ ਕਲੀਅਰ ਬਟ ਮਿਨੀਮਲ ਅੰਡਰਸਟੈਂਡਿੰਗ ਆਫ ਡੈਮੋਕ੍ਰੇਸੀ। ਅਤੇ ਫਿਰ ਆਪਾਂ ਇੱਥੋਂ ਇਹ ਗੱਲ ਸਮਝਦੇ ਹਾਂ ਕਿ ਸਾਨੂੰ ਇੰਨੀ ਕੁ ਗੱਲ ਕਲੀਅਰ ਹੈ ਕਿ ਅਸੀਂ ਅੰਡਰਸਟੈਂਡ ਜ਼ਰੂਰ ਕਰਦੇ ਹਾਂ ਵੀ ਡੈਮੋਕ੍ਰੇਸੀ ਕਿਹਨੂੰ ਕਹਿੰਦੇ ਆ। ਦਿਸ ਕਲੈਰਿਟੀ ਹੈਲਪ ਅਸ ਟੂ ਡਿਸਟਿੰਗੁਇਸ਼ ਡੈਮੋਕ੍ਰੇਸੀ ਫਰੋਮ ਨੋਨ ਡੈਮੋਕ੍ਰੇਸੀਜ਼। ਅਤੇ ਸਾਨੂੰ ਫਿਰ ਇੰਨਾ ਜ਼ਰੂਰ ਪਤਾ ਲੱਗ ਜਾਂਦਾ, ਜਿਹੜੇ ਆਮ ਲੋਕ ਹੁੰਦੇ ਆ, ਕਿ ਸਾਨੂੰ ਹੈਲਪ ਕਰਦੀ ਹੈ ਕਿ ਡੈਮੋਕ੍ਰੇਸੀ ਕਿਵੇਂ ਦੂਜੀਆਂ ਸਰਕਾਰਾਂ ਨਾਲੋਂ ਵੱਖਰੀ ਹੈ। ਨੋਨ ਡੈਮੋਕ੍ਰੇਟਿਕ, ਜਿਵੇਂ ਪਾਕਿਸਤਾਨ ਦੇ ਵਿੱਚ ਆਰਮੀ ਰੂਲ ਰਿਹਾ, ਤਾਂ ਲੋਕਾਂ ਨੂੰ ਪਤਾ ਸੀਗਾ ਕਿ ਪਾਕਿਸਤਾਨ 'ਚ ਆਰਮੀ ਰੂਲ ਆ ਔਰ ਇੰਡੀਆ ਦੇ ਵਿੱਚ ਡੈਮੋਕ੍ਰੇਸੀ, ਇਹਦਾ ਕੀ ਫਰਕ ਹੈ। ਬਟ ਇਟ ਡਜ਼ ਨਾਟ ਅਲਾਊ ਟੂ ਅਸ ਡਿਸਟਿੰਗੁਇਸ਼ ਬਿਟਵੀਨ ਅ ਡੈਮੋਕ੍ਰੇਸੀ ਔਰ ਅ ਗੁੱਡ ਡੈਮੋਕ੍ਰੇਸੀ। ਪਰ ਸਾਨੂੰ ਇਹ ਚੀਜ਼ ਅਲਾਓ ਨਹੀਂ ਕਰਦੀ ਕਿ ਆਪਾਂ ਇਹ ਫਰਕ ਕਰ ਸਕੀਏ ਵੀ ਉਹ ਡੈਮੋਕ੍ਰੇਸੀ ਕਿਹੜੀ ਡੈਮੋਕ੍ਰੇਸੀ ਬਹੁਤ ਵਧੀਆ ਹੈਗੀ ਆ ਔਰ ਕਿਹੜੀ ਡੈਮੋਕ੍ਰੇਸੀ ਨਹੀਂ। ਇਟ ਡਜ਼ ਨਾਟ
It does not allow us to see the operation of democracy beyond government। ਤੇ ਸਾਨੂੰ ਇਹ ਨਹੀਂ ਅਲਾਉ ਕਰਦੀ ਕਿ ਆਪਾਂ ਡੈਮੋਕ੍ਰੇਸੀ ਸੀ ਦਾ ਆਪਰੇਸ਼ਨ, ਕੋਈ ਵੀ ਆਪਰੇਸ਼ਨ ਦੇਖੀਏ, ਕੋਈ ਕੰਮ ਦੇਖੀਏ ਸਰਕਾਰ ਤੋਂ ਇਲਾਵਾ, ਕਿਉਂਕਿ ਸਰਕਾਰ ਹੀ ਸਾਰੇ ਕੰਮ ਕਰਦੀ ਆ ਡੈਮੋਕ੍ਰੇਸੀ ਦੇ ਵਿੱਚ। ਫਿਰ ਆਪਾਂ ਇਹ ਚੀਜ਼ਾਂ ਦੇਖ ਸਕਦੇ ਕਿ ਜੋ ਸਰਕਾਰ ਕਰਦੀ ਆ ਉਹੀ ਡੈਮੋਕ੍ਰੇਸੀ ਮੰਨਿਆ ਜਾਂਦਾ, ਡੈਮੋਕ੍ਰੇਟਿਕ ਵੇ ਮੰਨਿਆ ਜਾਂਦਾ ਕੰਮ ਕਰਨ ਦਾ। ਫਾਰ ਦਿਸ ਵੀ ਨੀਡ ਟੂ ਟਰਨ ਅ ਬਰੋਡਰ ਮੀਨਿੰਗ ਆਫ ਡੈਮੋਕ੍ਰੇਸੀ। ਅਤੇ ਇਸ ਚੀਜ਼ ਲਈ ਸਾਨੂੰ ਫਿਰ ਬਰੋਡਰ ਮੀਨਿੰਗ ਦੇਖਣਾ ਪਊਗਾ ਡੈਮੋਕ੍ਰੇਸੀ ਦਾ ਕੀ ਆ। ਇਹਦੇ ਲਈ ਆਪਾਂ ਐਗਜ਼ਾਮਪਲ ਵੀ ਪੜ੍ਹਾਂਗੇ ਨੀਚੇ। ਸਮਟਾਈਮ ਵੀ ਯੂਜ਼ ਡੈਮੋਕ੍ਰੇਸੀ ਫਾਰ ਔਰਗਨਾਈਜੇਸ਼ਨ ਅਦਰ ਦੈਨ ਗੌਰਮੈਂਟ। ਅਤੇ ਫਿਰ ਇਹ ਸਾਰੀਆਂ ਚੀਜ਼ਾਂ ਆਪਾਂ ਫਿਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਪਰ ਵੀ ਜਿਹੜਾ ਹੈਗਾ ਇੰਪਲੀਮੈਂਟ ਕਰਕੇ ਦੇਖ ਸਕਦੇ ਹਾਂ। ਕਿਉਂਕਿ ਕਈ ਵਾਰੀ ਅਸੀਂ ਆਪਣੇ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੇ ਹੁੰਦੇ ਹਾਂ, ਉੱਥੇ ਵੀ ਦੇਖਦੇ ਹਾਂ ਕਿ ਉੱਥੇ ਡੈਮੋਕ੍ਰੇਟਿਕ ਇਨਵਾਇਰਮੈਂਟ ਹੈ ਕਿ ਨਹੀਂ ਹੈ। ਜਸਟ ਰੀਡ ਦੀ ਸਟੇਟਮੈਂਟ, ਅਤੇ ਹੁਣ ਆਪਾਂ ਸਟੇਟਮੈਂਟ ਰੀਡ ਕਰਦੇ ਹਾਂ। We are very democratic family. Whenever a decision has to be taken, we all sit down and arrive at consensus. My opinion matter as much as my father is। ਅਤੇ ਹੁਣ ਸਾਡੇ ਕੋਲ ਆਪਾਂ ਉਸ ਫੈਮਿਲੀ ਨੂੰ ਵੀ ਡੈਮੋਕ੍ਰੇਟਿਕ ਕਹਾਂਗੇ ਜਿੱਥੇ ਕੀ ਆ ਡਿਸੀਜ਼ਨ ਲਏ ਜਾਂਦੇ, ਸਾਰੀ ਫੈਮਿਲੀ ਇਕੱਠੀ ਬੈਠਦੀ ਆ, ਔਰ ਸਾਡੇ ਵਿਚਾਰ ਦੀਆਂ ਓਪੀਨੀਅਨ ਦੀ ਵੀ ਉਨੀ ਵੈਲਿਊ ਜਿੰਨੀ ਸਾਡੇ ਫਾਦਰ ਦੀ ਆ। ਤਾਂ ਫਿਰ ਆਪਾਂ ਉਹਨੂੰ ਕੀ ਕਹਾਂਗੇ ਕਿ ਡੈਮੋਕ੍ਰੇਟਿਕ ਫੈਮਿਲੀ ਆ। ਤਾਂ ਉਵੇਂ ਹੀ ਫਿਰ ਕੀ ਹੁੰਦਾ, ਆਈ ਡੋਂਟ ਲਾਈਕ ਟੀਚਰ ਹੂ ਡੋਂਟ ਅਲਾਉ ਦ ਸਟੂਡੈਂਟ ਟੂ ਸਪੀਕ ਐਂਡ ਆਸਕ ਕੁਐਸਚਨਸ ਇਨ ਦ ਕਲਾਸ। ਆਈ ਵੁੱਡ ਲਾਈਕ ਟੂ ਹੈਵ ਏ ਟੀਚਰਸ ਵਿਦ ਡੈਮੋਕ੍ਰੇਟਿਕ ਟੈਂਪਰਾਮੈਂਟ। ਹੁਣ ਕਹਿੰਦੇ ਵੀ ਇੱਕ ਟੀਚਰ ਹੈ, ਬੱਚਿਆਂ ਨੂੰ ਕਲਾਸ ਵਿੱਚ ਕੁਐਸਚਨ ਪੁੱਛਣ ਤੋਂ ਮਨਾ ਕਰਦਾ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਇਹਦਾ ਮਤਲਬ ਕਿ ਕਲਾਸ ਦੇ ਵਿੱਚ ਡੈਮੋਕ੍ਰੇਟਿਕ ਇਨਵਾਇਰਮੈਂਟ ਹੈ ਜਾਂ ਨਹੀਂ ਹੈ। ਟੀਚਰ ਦਾ ਜਿਹੜਾ ਟੈਂਪਰਾਮੈਂਟ ਹੈ, ਉਹਦੀ ਮੈਂਟੈਲਿਟੀ ਹੈ, ਉਹ ਡੈਮੋਕ੍ਰੇਟਿਕ ਹੈ ਨਹੀਂ ਜਾਂ ਨਹੀਂ ਹੈ। ਵਨ ਲੀਡਰ ਐਂਡ ਹਿਜ਼ ਫੈਮਿਲੀ ਮੈਂਬਰ ਡਿਸਾਈਡ ਐਵਰੀਥਿੰਗ ਇਨ ਦਿਸ ਪਾਰਟੀ। ਵਨ ਲੀਡਰ ਅਤੇ ਉਹਦੀ ਫੈਮਿਲੀ ਸਾਰਾ ਕੁਝ ਡਿਸਾਈਡ ਕਰਦੀ ਆ। ਹਾਊ ਕੈਨ ਯੂ ਟਾਕ ਆਫ ਡੈਮੋਕ੍ਰੇਸੀ। ਅਤੇ ਜੇ ਮੰਨ ਲਓ ਇੱਕ ਪਰਿਵਾਰ ਆ ਕੋਈ ਪਾਰਟੀ ਦੇ ਵਿੱਚ, ਔਰ ਉਹੀ ਸਾਰੇ ਡਿਸੀਜ਼ਨ ਲੈ ਰਿਹਾ, ਉਹਨਾਂ ਦੀ ਫੈਮਿਲੀ ਸਾਰੇ ਡਿਸੀਜ਼ਨ ਲੈ ਰਹੀ ਹੈ, ਇਹਦਾ ਮਤਲਬ ਪਾਰਟੀ ਡੈਮੋਕ੍ਰੇਟਿਕ ਨਹੀਂ ਗੀ। ਦੀਜ਼ ਵੇ ਆਫ ਯੂਜ਼ਿੰਗ ਦਾ ਵਰਡ ਡੈਮੋਕ੍ਰੇਸੀ ਗੋ ਬੈਕ ਆਫ ਇਟ ਇਜ਼ ਬੇਸਿਕ ਸੈਂਸ ਆਫ ਮੈਥਡ ਆਫ ਟੇਕਿੰਗ ਡਿਸੀਜ਼ਨ। ਅਤੇ ਫਿਰ ਆਪਾਂ ਜੇ ਬੇਸਿਕ ਦਾ ਸੈਂਸ ਸਮਝਣਾ ਹੋਵੇ ਤਾਂ ਅਸੀਂ ਇੱਦਾਂ ਸਮਝ ਸਕਦੇ ਹਾਂ ਕਿ ਡੈਮੋਕ੍ਰੇਸੀ ਕਿਹਨੂੰ ਕਹਿੰਦੇ ਆ। ਬੇਸਿਕ ਸੈਂਸ ਆਪਣੀ ਫੈਮਿਲੀ ਤੋਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਜੇ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਰਾਈਟ ਹੈਗਾ, ਤਾਂ ਆਪਾਂ ਨੂੰ ਕਹਾਂਗੇ ਕਿ ਡੈਮੋਕ੍ਰੇਟਿਕ ਫੈਮਿਲੀ ਆ। ਡੈਮੋਕ੍ਰੇਟਿਕ ਕੋਈ ਇੰਸਟੀਟਿਊਸ਼ਨ ਆ, ਡੈਮੋਕ੍ਰੇਟਿਕ ਸਟੇਟ ਆ, ਜਾਂ ਡੈਮੋਕ੍ਰੇਟਿਕ ਕੰਟਰੀ ਆ। ਡੈਮੋਕ੍ਰੇਟਿਕ ਡਿਸੀਜ਼ਨ ਇਨਵੋਲਵ ਕੰਸਲਟੇਸ਼ਨ ਵਿਦ ਐਂਡ ਕੰਸੈਂਟ ਆਫ ਆਲ ਦੋਜ਼ ਹੂ ਆਰ ਅਫੈਕਟਡ ਬਾਈ ਦਾ ਡਿਸੀਜ਼ਨ। ਤਾਂ ਫਿਰ ਡੈਮੋਕ੍ਰੇਟਿਕ ਡਿਸੀਜ਼ਨ ਇਹ ਹੁੰਦਾ ਕਿ ਸਾਰਿਆਂ ਨੂੰ ਕੰਸਲਟੇਸ਼ਨ ਕਰਨ ਦਾ, ਵਿਚਾਰ ਕਰਨ ਦਾ ਅਧਿਕਾਰ ਹੈ, ਐਂਡ ਸਾਰਿਆਂ ਦਾ ਜਿਹੜਾ ਕੰਸੈਂਟ ਮੰਨਿਆ ਜਾਂਦਾ, ਜਿਹੜੇ ਇਸ ਫੈਸਲੇ ਤੋਂ ਮਤਲਬ ਉਹਨਾਂ ਦੇ ਉੱਪਰ ਲਾਗੂ ਹੋਊਗਾ, ਉਹਦਾ ਰਿਜ਼ਲਟ, ਉਹਨਾਂ ਦਾ ਅਸਰ ਉਹਨਾਂ ਸਾਰਿਆਂ ਜਿਹੜੇ ਹੈਗੇ ਮੈਂਬਰਸ ਦੇ ਉੱਪਰ ਪੈਣਾ ਹੈਗਾ। ਦੋਜ਼ ਹੂ ਆਰ ਨਾਟ ਪਾਵਰਫੁਲ, ਜਿਹੜੇ ਪਾਵਰਫੁਲ ਨਹੀਂ ਗੇ, ਹੈਵ ਦਾ ਸੇਮ ਸੇ ਇਨ ਟੇਕਿੰਗ ਦਾ ਡਿਸੀਜ਼ਨ ਐਜ਼ ਦੋ ਹੂ ਆਰ ਪਾਵਰਫੁਲ। ਹੁਣ ਇੱਥੇ ਆਉਂਦੀ ਕੀ ਮੀਨਿੰਗ ਨਿਕਲਦਾ ਹੈਗਾ ਕਿ ਜੇ ਕੋਈ ਬੰਦਾ ਪਾਵਰਫੁਲ ਨਹੀਂ ਗਾ, ਔਰ ਉਹਨੂੰ ਵੀ ਉਨਾ ਹੀ ਅਧਿਕਾਰ ਹੋਣਾ ਚਾਹੀਦਾ, ਅਤੇ ਐਜ਼ ਕੰਪੇਅਰ ਟੂ ਦੂਜੇ ਪਰਸਨ ਦੇ ਜਿਹੜੇ ਪਾਵਰ ਦੇ ਵਿੱਚ ਹੈਗੇ, ਜਿਨ੍ਹਾਂ ਕੋਲ ਪੈਸਾ ਹੈਗਾ, ਤਾਂ ਫਿਰ ਸਾਰੇ ਲੋਕ ਫਿਰ ਇਕੁਅਲ ਹੋ ਜਾਂਦੇ ਆ ਜੇ ਡਿਸੀਜ਼ਨ ਲੈਣ ਦਾ ਅਧਿਕਾਰ ਸਾਰਿਆਂ ਨੂੰ ਬਰਾਬਰ ਆ। ਦਿਸ ਕੈਨ ਅਪਲਾਈ ਟੂ ਗਵਰਨਮੈਂਟ ਔਰ ਫੈਮਿਲੀ ਔਰ ਐਨੀ ਅਦਰ ਔਰਗਨਾਈਜੇਸ਼ਨ। ਇਹ ਸਾਰੀਆਂ ਚੀਜ਼ਾਂ 'ਤੇ ਲਾਗੂ ਹੁੰਦਾ। ਸਰਕਾਰ 'ਤੇ ਵੀ ਲਾਗੂ ਹੁੰਦਾ ਕਿ ਸਰਕਾਰ ਸਾਰਿਆਂ ਨੂੰ ਬਰਾਬਰ ਦਾ ਓਪਰਚੁਨਿਟੀ ਦੇਵੇ, ਕੋਈ ਅਮੀਰ ਹੈ ਚਾਹੇ ਗਰੀਬ ਹੈ, ਪੂਅਰ ਪੀਪਲ ਆ, ਉਹਨਾਂ ਨੂੰ ਸਾਰਿਆਂ ਨੂੰ ਬੋਲਣ ਦਾ, ਆਪਣੇ ਵਿਚਾਰ ਪ੍ਰਗਟ ਕਰਨ ਦਾ, ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ। ਫੈਮਿਲੀ ਦੇ ਵਿੱਚ ਵੀ ਇੱਦਾਂ ਹੀ ਹੋਣਾ ਚਾਹੀਦਾ। ਕੋਈ ਜ਼ਿਆਦਾ ਐਜੂਕੇਟਡ ਆ, ਕੋਈ ਘੱਟ ਐਜੂਕੇਟਡ ਪਰਸਨ ਆ, ਪਰ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਐਂਡ ਔਰਗਨਾਈਜੇਸ਼ਨ ਦੇ ਵਿੱਚ ਵੀ ਇੱਦਾਂ ਹੀ ਹੁੰਦਾ। ਹਾਈਲੀ ਕੁਆਲੀਫਾਈਡ ਟੀਚਰ, ਕੁਛ ਜਿਹੜੇ ਹੈਗੇ ਆ ਓਨਲੀ ਗ੍ਰੈਜੂਏਟ ਟੀਚਰ ਹੁੰਦੇ ਆ, ਸਾਰਿਆਂ ਨੂੰ ਬਰਾਬਰ ਦਾ ਜਿਹੜਾ ਹੈਗਾ ਰਾਈਟ ਹੋਣਾ ਚਾਹੀਦਾ। ਦਸ ਡੈਮੋਕ੍ਰੇਸੀ ਇਜ਼ ਆਲਸੋ ਏ ਪ੍ਰਿੰਸੀਪਲ ਦੈਟ ਕੈਨ ਬੀ ਅਪਲਾਈਡ ਟੂ ਐਨੀ ਸਫੇਅਰ ਆਫ ਲਾਈਫ। ਡੈਮੋਕ੍ਰੇਸੀ ਕਿਸੇ ਵੀ ਸਫੇਅਰ ਉੱਪਰ ਲਾਗੂ ਕਰਕੇ ਆਪਾਂ ਦੇਖ ਸਕਦੇ ਹਾਂ। ਤਾਂ ਸਫੇਅਰ ਵਰਡ ਤੁਸੀਂ ਫਾਈਂਡ ਕਰਨਾ, ਪ੍ਰਿੰਸੀਪਲ ਵਰਡ ਫਾਈਂਡ ਕਰਨਾ। ਪ੍ਰਿੰਸੀਪਲ, ਇੱਥੇ ਪ੍ਰਿੰਸੀਪਲ ਦਾ ਮੀਨਿੰਗ ਸਿਧਾਂਤ ਆ ਬੱਚੇ, ਕੋਈ ਵੀ ਸਿਧਾਂਤ। ਸਮਟਾਈਮ ਵੀ ਯੂਜ਼ ਦਾ ਵਰਡ ਡੈਮੋਕ੍ਰੇਸੀ not to describe any existing government but to set up an ideal standard that all democracy must aim to become। ਸਮਟਾਈਮ ਜਿਹੜਾ ਆਪਾਂ ਯੂਜ਼ ਕਰਦੇ ਨਾ ਵਰਡ ਡੈਮੋਕ੍ਰੇਸੀ,
ਆਪਾਂ ਕਈ ਵਾਰੀ ਕਿਸੇ ਸਰਕਾਰ ਬਾਰੇ ਨਹੀਂ ਗੱਲ ਕਰਦੇ, ਕਈ ਵਾਰੀ ਅਸੀਂ ਆਈਡਲ ਸਟੈਂਡਰਡ ਵੀ ਮੇਨਟੇਨ ਕਰਦੇ ਕਿ ਹਾਂ ਚੀਜ਼ ਡੈਮੋਕ੍ਰੇਟਿਕ ਆ, ਇੱਥੇ ਡੈਮੋਕ੍ਰੇਸੀ ਹੈਗੀ ਆ, ਤਾਂ ਉਹਨਾਂ ਲਈ ਵੀ ਆਪਾਂ ਵਰਡ ਯੂਜ਼ ਕਰ ਸਕਦੇ ਹਾਂ। ਤਾਂ ਇੱਕ ਟਰਮ ਯੂਜ਼ ਕਰ ਸਕਦੇ ਹਾਂ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਔਰ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ, ਬਿਨਾਂ ਕਿਸੇ ਰੇਸਿਜ਼ਮ ਦੇ, ਬਿਨਾਂ ਕਿਸੇ ਭੇਦਭਾਵ ਦੇ। ਤਾਂ ਆਪਾਂ ਕਹਾਂਗੇ ਉਹ ਡੈਮੋਕ੍ਰੇਟਿਕ ਫੋਰਮ ਆ, ਕੋਈ ਇੰਸਟੀਟਿਊਸ਼ਨ ਆ, ਗੌਰਮੈਂਟ ਆ, ਕੋਈ ਚੀਜ਼ ਵੀ ਹੋ ਸਕਦੀ ਆ। True democracy will come to this country only when one goes hungry to bed. In a democracy, every citizen must be able to play an equal role in decision making. For this, you don't need to just an equal right to vote. Every citizen needs to have a equal information, basic education, equal source, and lot of commitment. ਜੇ ਸਾਰਾ ਕੁਝ ਬਰਾਬਰ ਹੋ ਜੇ, ਸਾਰੀਆਂ ਚੀਜ਼ਾਂ ਲੋਕਾਂ ਨੂੰ ਬਰਾਬਰ ਮਿਲਣ, ਐਜੂਕੇਸ਼ਨ ਸਾਰਿਆਂ ਨੂੰ ਬਰਾਬਰ ਦੀ ਪ੍ਰਾਪਤ ਹੋਵੇ, ਬੇਸਿਕ ਐਜੂਕੇਸ਼ਨ ਹੋਵੇ, ਇਕੁਅਲ ਰਿਸੋਰਸ ਸਾਰਿਆਂ ਲਈ ਹੋਣ, ਤਾਂ ਲੋਟ ਆਫ ਕਮਿਟਮੈਂਟ ਸਾਰਿਆਂ ਲਈ ਬਰਾਬਰ ਹੋਣ, ਤਾਂ ਆਪਾਂ ਸਮਝਾਂਗੇ ਕਿ ਇਸ ਦੇਸ਼ ਦੇ ਵਿੱਚ ਵੀ ਡੈਮੋਕ੍ਰੇਸੀ ਹੈਗੀ ਆ, ਐਕਚੁਅਲ ਦੇ ਵਿੱਚ ਅਸਲ 'ਚ ਡੈਮੋਕ੍ਰੇਸੀ ਹੈਗੀ ਆ। If we take the ideal seriously, then no country in the world is a democracy. ਜੇ ਆਪਾਂ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਆਈਡਲਸ ਲੈਂਦੇ ਹਾਂ ਤਾਂ ਕੋਈ ਵੀ ਕੰਟਰੀ ਵਰਲਡ ਦੀ ਡੈਮੋਕ੍ਰੇਸੀ ਉਹਨਾਂ ਦੇ ਵਿੱਚ ਨਹੀਂ ਹੈਗੀ। Yet an understanding of democracy is an ideal remind us to why we value democracy. ਤਾਂ ਸਾਨੂੰ ਫਿਰ ਇਹ ਗੱਲਾਂ ਧਿਆਨ 'ਚ ਰੱਖਣੀਆਂ ਪੈਣਗੀਆਂ ਕਿ ਅਸੀਂ ਵੈਲਿਊ ਕਿਉਂ ਦਿੰਦੇ ਹਾਂ ਡੈਮੋਕ੍ਰੇਸੀ ਨੂੰ, ਡੈਮੋਕ੍ਰੇਸੀ ਨੂੰ ਅਸੀਂ ਬੈਟਰ ਕਿਉਂ ਸਮਝਦੇ ਹਾਂ। It enable us to judge an existing democracy and identify its weakness. ਸਾਨੂੰ ਫਿਰ ਕੀ ਇਹ ਚੀਜ਼ਾਂ ਹੈਗੀਆਂ ਦੱਸਦੀਆਂ ਕਿ ਡੈਮੋਕ੍ਰੇਸੀ ਬਾਰੇ ਐਂਡ ਉਹਦੀਆਂ ਵੀਕਨੈਸ ਬਾਰੇ ਅਸੀਂ ਜੱਜ ਕਰ ਸਕਦੇ ਹਾਂ ਕਿ ਸਾਡੀ ਸਰਕਾਰ, ਡੈਮੋਕ੍ਰੇਟਿਕ ਸਰਕਾਰ ਵਿੱਚ ਕੀ ਕਮੀਆਂ ਹਨ, ਜਾਂ ਦੂਸਰੀ ਗੌਰਮੈਂਟ ਜਿਹੜੀ ਡੈਮੋਕ੍ਰੇਟਿਕ ਆ ਉਹਦੇ ਵਿੱਚ ਕੀ ਚੰਗਿਆਈਆਂ ਹਨ। ਜੇ ਅਸੀਂ ਕੰਪੇਅਰ ਕਰੀਏ ਕਿਸੇ ਹੋਰ ਕੰਟਰੀ ਨਾਲ, ਜਿਹੜੀਆਂ ਡਿਵੈਲਪ ਕੰਟਰੀਆਂ ਹੈਗੀਆਂ ਉੱਥੇ ਡੈਮੋਕ੍ਰੇਸੀ ਹੈ, ਉਹਨਾਂ ਨੇ ਚੰਗੀ ਤਰ੍ਹਾਂ ਪੂਰੇ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਉਹਨੂੰ ਇੰਪਲੀਮੈਂਟ ਕੀਤਾ ਹੋਇਆ। ਇਟ ਹੈਲਪ ਅਸ ਟੂ ਡਿਸਟਿੰਗੁਇਸ਼ ਬਿਟਵੀਨ ਏ ਮਿਨੀਮਲ ਡੈਮੋਕ੍ਰੇਸੀ ਔਰ ਅ ਗੁੱਡ ਡੈਮੋਕ੍ਰੇਸੀ। ਅਤੇ ਫਿਰ ਸਾਨੂੰ ਪਤਾ ਚੱਲ ਜਾਂਦਾ ਕਿ ਜਿਹਨੂੰ ਅਸੀਂ ਗੁੱਡ ਡੈਮੋਕ੍ਰੇਸੀ ਕਹਿੰਦੇ ਹਾਂ ਉਹ ਕੀ ਹੁੰਦੀ ਹੈ, ਐਂਡ ਆਪਾਂ ਕਹਿੰਦੇ ਮਿਨੀਮਲ ਡੈਮੋਕ੍ਰੇਸੀ ਉਹ ਕੀ ਹੁੰਦੀ ਹੈ। ਕਈ ਕੰਟਰੀਆਂ ਦੇ ਵਿੱਚ ਮਿਨੀਮਲ ਡੈਮੋਕ੍ਰੇਸੀ ਔਰ ਕਈਆਂ ਦੇ ਵਿੱਚ ਗੁੱਡ ਡੈਮੋਕ੍ਰੇਸੀ, ਜਿਵੇਂ ਕੈਨੇਡਾ ਦੇ ਵਿੱਚ ਡੈਮੋਕ੍ਰੇਸੀ ਵੈਰੀ ਗੁੱਡ ਹੈ, ਐਂਡ ਇਨ ਇੰਡੀਆ ਡੈਮੋਕ੍ਰੇਸੀ ਮਿਨੀਮਲ ਫਾਰਮ ਦੇ ਵਿੱਚ ਹੈ। In this book we don't deal much with the expanded notion of democracy. ਤਾਂ ਆਪਾਂ ਇਹ ਬੁੱਕ ਦੇ ਵਿੱਚ ਜਿਹੜਾ ਡੀਲ ਕਰਦੇ ਨਾ ਐਕਸਪੈਂਡਡ ਨੋਸ਼ਨ ਆਫ ਡੈਮੋਕ੍ਰੇਸੀ ਦੀ ਨੂੰ ਐਕਸਪੈਂਡ ਕਰਦੇ ਆ, ਨੋਸ਼ਨ ਉਹਦੇ ਸਾਈਨ ਕੀ ਆ, ਕਿ ਕਿਹਨੂੰ ਆਪਾਂ ਡੈਮੋਕ੍ਰੇਸੀ ਕਵਾਂਗੇ, ਸਿਰਫ ਸਮਝਣ ਦੇ ਵਿੱਚ ਸਾਡੀ ਹੈਲਪ ਕਰਦੀ ਆ ਕਿ ਕਿਹਨੂੰ ਡੈਮੋਕ੍ਰੇਸੀ ਕਹਿੰਦੇ ਆ। ਆਵਰ ਫੋਕਸ ਹੇਅਰ ਇਜ਼ ਵਿਦ ਦਾ ਸਮ ਕੋਰ ਇੰਸਟੀਟਿਊਸ਼ਨਲ ਫਿਊਚਰ ਆਫ ਡੈਮੋਕ੍ਰੇਸੀ ਐਜ਼ ਏ ਫਾਰਮ ਆਫ ਗਵਰਨਮੈਂਟ। ਹੁਣ ਆਪਾਂ ਚੰਗੀ ਜਾਂ ਜਿਹੜੀ ਹੈਗੀ ਆ ਮਿਨੀਮਲ ਡੈਮੋਕ੍ਰੇਸੀ ਦੀ ਗੱਲ ਨਹੀਂ ਕਰ ਰਹੇ, ਆਪਾਂ ਸਿਰਫ ਉਹ ਬੇਸਿਕ ਚੀਜ਼ਾਂ ਦੱਸ ਰਹੇ ਹਾਂ ਜਿਨ੍ਹਾਂ ਕਰਕੇ ਆਪਾਂ ਕਹਾਂਗੇ ਕਿ ਇਸ ਦੇਸ਼ ਵਿੱਚ ਡੈਮੋਕ੍ਰੇਟਿਕ ਗਵਰਨਮੈਂਟ ਆ। ਉਹ ਤਾਂ ਅਦਰ ਥਿੰਗਸ ਆ ਗਈਆਂ ਨਾ ਕਿ ਕਿੰਨੀ ਕੁ ਵਧੀਆ ਡੈਮੋਕ੍ਰੇਸੀ ਆ, ਕਿੰਨੇ ਕੁ ਚੰਗੇ ਰੂਪ ਨਾਲ ਡੈਮੋਕ੍ਰੇਸੀ ਨੂੰ ਇੰਪਲੀਮੈਂਟ ਕੀਤਾ ਗਿਆ ਦੇਸ਼ ਦੇ ਵਿੱਚ, ਕਿਸੇ ਕੰਟਰੀ ਦੇ ਵਿੱਚ। ਬਟ ਉਹਦੀ ਬੇਸਿਕ ਚੀਜ਼ਾਂ ਬਾਰੇ ਆਪਾਂ ਪੜ੍ਹ ਰਹੇ ਹਾਂ ਕਿ ਆਹ ਇੰਸਟੀਟਿਊਸ਼ਨ ਫੀਚਰ ਹੋਣੇ ਚਾਹੀਦੇ ਆ, ਚੁਣੀ ਹੋਈ ਸਰਕਾਰ ਹੋਣੀ ਚਾਹੀਦੀ ਆ, ਵੋਟਿੰਗ ਸਿਸਟਮ ਹੋਣਾ ਚਾਹੀਦਾ, ਜੁਡੀਸ਼ਰੀ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਹੋਣ ਜ਼ਰੂਰੀ ਹੈ, ਜਿਹੜੀਆਂ ਜੇ ਲਾਜ਼ਮੀ ਚੀਜ਼ਾਂ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਨੈਕਸਟ ਈਅਰ ਯੂ ਵਿਲ ਰੀਡ ਮੋਰ ਅਬਾਊਟ ਅ ਡੈਮੋਕ੍ਰੇਟਿਕ ਸੋਸਾਇਟੀ ਐਂਡ ਵੇਜ਼ ਆਫ ਅਵੈਲੂਏਟਿੰਗ ਅਵਰ ਡੈਮੋਕ੍ਰੇਸੀ। ਅਤੇ ਨੈਕਸਟ ਈਅਰ ਆਪਾਂ ਕਲਾਸ ਦੇ ਵਿੱਚ ਪੜ੍ਹਾਂਗੇ 10th ਕਲਾਸ ਦੇ ਵਿੱਚ ਕਿ ਕੀ ਬੇਸਿਕ ਚੀਜ਼ਾਂ ਹੈਗੀਆਂ, ਸਾਡੀ ਸੁਸਾਇਟੀ ਕਿਵੇਂ ਆ, ਕਿਵੇਂ ਆਪਾਂ ਇਹਨੂੰ ਅਵੈਲੂਏਟ ਕਰ ਸਕਦੇ ਹਾਂ ਕਿ ਡੈਮੋਕ੍ਰੇਟਿਕ ਹੈ ਕਿ ਨਹੀਂ ਹੈ। ਐਟ ਦਿਸ ਸਟੇਜ ਵੀ ਜਸਟ ਨੀਡ ਟੂ ਨੋਟ ਦੈਟ ਡੈਮੋਕ੍ਰੇਸੀ ਕੈਨ ਅਪਲਾਈ ਟੂ ਮੈਨੀ ਸਫੇਅਰ ਆਫ ਲਾਈਫ। ਅਤੇ ਫਿਰ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਡੈਮੋਕ੍ਰੇਸੀ ਐਟ ਇਸ ਸਟੇਜ 'ਤੇ ਆਪਾਂ ਸਾਨੂੰ ਨੀਡ ਆ ਕਿ ਆਪਾਂ ਡੈਮੋਕ੍ਰੇਸੀ ਨੂੰ ਬਾਕੀ ਸਾਰੇ ਚੀਜ਼ਾਂ ਦੇ ਉੱਪਰ ਵੀ ਅਪਲਾਈ ਕਰਕੇ ਵੇਖੀਏ। ਬਾਕੀ ਜਿਹੜੇ ਸਾਡੇ ਲਾਈਫ ਦੇ ਪਾਰਟ ਆ ਉਹਨਾਂ ਦੇ ਉੱਪਰ, ਜਿਵੇਂ ਸਾਡਾ ਫੈਮਿਲੀ ਇੱਕ ਪਾਰਟ ਆ, ਫੈਮਿਲੀ ਉੱਪਰ, ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉੱਥੇ, ਜਿਹੜੀ ਸਟੇਟ 'ਚ ਰਹਿ ਰਹੇ ਹਾਂ ਉੱਥੇ, ਜਾਂ ਜਿਹੜੀ ਕੰਟਰੀ 'ਚ ਰਹਿ ਰਹੇ ਹਾਂ, ਸਾਰਿਆਂ ਉੱਪਰ ਲਾਗੂ ਕਰਕੇ ਦੇਖੀਏ। ਦੇਅਰ ਕੈਨ ਬੀ ਵੇਰੀਅਸ ਵੇ ਆਫ ਟੇਕਿੰਗ ਡਿਸੀਜ਼ਨ ਇਨ ਅ ਡੈਮੋਕ੍ਰੇਟਿਕ ਮੈਨਰ। ਤਾਂ ਸਾਡੇ ਕੋਲ ਬਹੁਤ ਸਾਰੇ ਮੈਥਡ ਆ ਕਿ ਜਿਹਦੇ ਨਾਲ ਆਪਾਂ ਆਪਣੇ ਡਿਸੀਜ਼ਨ ਲਈਏ ਜਿਹੜੇ ਕਿ ਸਾਡੇ ਡੈਮੋਕ੍ਰੇਟਿਕ ਮੈਨਰ ਦੇ ਹੋਣ, ਜਿਹਦੇ ਵਿੱਚ ਸਾਰੇ ਮੈਂਬਰਸ ਨੂੰ
ਚਾਹੇ ਉਹ ਫੈਮਿਲੀ ਦੇ ਉੱਪਰ ਲਾਗੂ ਕਰਦੇ ਹਾਂ ਤਾਂ ਫੈਮਿਲੀ ਦੇ ਮੈਂਬਰਾਂ ਨੂੰ ਬਰਾਬਰ ਰੱਖਿਆ ਜਾਵੇ। ਜੇ ਅਸੀਂ ਕਿਸੇ ਸਟੇਟ ਦੀ ਗੱਲ ਕਰਦੇ ਹਾਂ ਤਾਂ ਸਾਰੀ ਸਟੇਟ ਦੇ ਵਿੱਚ ਜਿੰਨੇ ਵੀ ਰਿਲੀਜਨ ਆ ਜਾਂ ਕੋਈ ਕਾਸਟ ਸਿਸਟਮ ਆ, ਸਭ ਨੂੰ ਬਰਾਬਰ ਰੱਖਿਆ ਜਾਵੇ। ਐਜ਼ ਲੌਂਗ ਐਜ਼ ਅ ਬੇਸਿਕ ਪ੍ਰਿੰਸੀਪਲ ਆਫ ਕੰਸਲਟੇਸ਼ਨ ਔਨ ਐਨ ਇਕੁਅਲ ਬੇਸਿਸ ਐਕਸੈਪਟਡ। ਤਾਂ ਜਿਹੜੀ ਵਿਚਾਰ ਚਰਚਾ ਉਹ ਇਕੁਅਲ ਬੇਸ 'ਤੇ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕਿਸੇ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਆ, ਕਿਸੇ ਨੂੰ ਘੱਟ ਪ੍ਰੈਫਰੈਂਸ ਦੇਣੀ ਹੈ, ਇਹ ਨਹੀਂ ਹੋਣਾ ਚਾਹੀਦਾ। ਦ ਮੋਸਟ ਕਾਮਨ ਫਾਰਮ ਆਫ ਡੈਮੋਕ੍ਰੇਸੀ ਇਨ ਟੂਡੇ ਵਰਲਡ ਇਜ਼ ਰੂਲ ਥਰੂ ਪੀਪਲਸ ਇਲੈਕਟਡ ਰਿਪ੍ਰੈਜ਼ੈਂਟੇਟਿਵ। ਤਾਂ ਹੁਣ ਜਿਹੜਾ ਸਭ ਤੋਂ ਜਿਹੜਾ ਕਾਮਨ ਫਾਰਮ ਆ ਪੂਰੇ ਵਰਲਡ ਦੇ ਵਿੱਚ ਡੈਮੋਕ੍ਰੇਸੀ ਦਾ, ਕਿ ਲੋਕ ਆਪਦੇ ਜਿਹੜੇ ਹੈਗੇ ਲੀਡਰ ਚੁਣਦੇ ਆ। ਰਿਪ੍ਰੈਜ਼ੈਂਟੇਟਿਵ ਮੀਨਸ ਲੀਡਰ ਜਾਂ ਉਹ MLA ਹੋ ਸਕਦੇ ਆ ਕਿਸੇ ਸਟੇਟ ਦੇ ਵਿੱਚ, ਅਤੇ ਜਾਂ ਫਿਰ ਉਹ MP ਹੋ ਸਕਦੇ ਆ। ਉਹਨਾਂ ਨੂੰ ਚੁਣਦੇ ਆ, ਅੱਗੇ ਉਹ ਜਾ ਕੇ ਸਰਕਾਰ ਦੇ ਵਿੱਚ ਚਰਚਾ ਕਰਦੇ ਆ ਕਿ ਸਾਡੇ ਲੋਕਾਂ ਦੀਆਂ ਜ਼ਰੂਰਤਾਂ ਉਹਨਾਂ ਦੀਆਂ ਕੀ ਹਨ। ਵੀ ਸ਼ੈਲ ਰੀਡ ਮੋਰ ਅਬਾਊਟ ਦੈਟ ਇਨ ਦਾ ਚੈਪਟਰ 3, ਅਤੇ ਜ਼ਿਆਦਾਤਰ ਆਪਾਂ ਇਹਦੇ ਬਾਰੇ ਪੜ੍ਹਾਂਗੇ ਚੈਪਟਰ ਨੰਬਰ 3 ਦੇ ਵਿੱਚ ਡਿਟੇਲ ਦੇ ਵਿੱਚ। ਬਟ ਇਫ ਦਾ ਕਮਿਊਨਿਟੀ ਸਮਾਲ, ਜੇ ਕਮਿਊਨਿਟੀ ਸਮਾਲ ਆ, ਦੇਅਰ ਕੈਨ ਬੀ ਅਦਰ ਵੇਜ਼ ਆਫ ਟੇਕਿੰਗ ਡੈਮੋਕ੍ਰੇਟਿਕ ਡਿਸੀਜ਼ਨ। ਤਾਂ ਫਿਰ ਉੱਥੇ ਡਿਸੀਜ਼ਨ ਹੋਰ ਤਰੀਕੇ ਨਾਲ ਲਏ ਜਾਂਦੇ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ ਕਿ ਇੰਡੀਆ ਦੀ ਆਬਾਦੀ ਜ਼ਿਆਦਾ ਹੈਗੀ ਆ, ਇੱਥੇ ਡਿਸੀਜ਼ਨ ਡਾਇਰੈਕਟ ਨਹੀਂ ਲਏ ਜਾ ਸਕਦੇ, ਇੱਥੇ ਆਪਾਂ ਨੂੰ ਚੁਣਨੇ ਪੈਣਗੇ ਆਪਣੇ ਲੀਡਰ, ਕਿਉਂਕਿ ਸਾਡੀ ਆਬਾਦੀ ਬਹੁਤ ਜ਼ਿਆਦਾ ਹੈਗੀ ਆ। ਅਤੇ ਜਿੱਥੇ ਆਬਾਦੀ ਪਾਪੂਲੇਸ਼ਨ ਬਹੁਤ ਘੱਟ ਹੈ ਤਾਂ ਉੱਥੇ ਫਿਰ ਕੀ ਹੁੰਦਾ, ਜਿਹੜੇ ਡਿਸੀਜ਼ਨ ਆ ਉਹ ਡਾਇਰੈਕਟ ਲਏ ਜਾ ਸਕਦੇ ਆ। ਜਿਵੇਂ ਸਾਡੇ ਕੋਲ ਐਗਜ਼ਾਮਪਲ ਹੈਗੀ ਆ ਸਵਿਟਜ਼ਰਲੈਂਡ ਦੀ। ਸਵਿਟਜ਼ਰਲੈਂਡ ਦੇ ਵਿੱਚ ਕੀ ਹੁੰਦਾ ਕਿ ਪਾਪੂਲੇਸ਼ਨ ਬਹੁਤ ਥੋੜ੍ਹੀ ਆ, ਲੋਕ ਡਾਇਰੈਕਟ ਡਿਸੀਜ਼ਨ ਲੈ ਲੈਂਦੇ ਇੱਕ ਦਿਨ ਦੇ ਵਿੱਚ ਹੀ ਕਿ ਆਹ ਜਿਹੜਾ ਲਾਅ ਇੰਪਲੀਮੈਂਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਆਲ ਦਾ ਪੀਪਲ ਕੈਨ ਸਿਟ ਟੂਗੈਦਰ, ਅਤੇ ਸਾਰੇ ਲੋਕ ਇਕੱਠੇ ਬੈਠ ਸਕਦੇ ਆ। ਐਂਡ ਟੇਕ ਡਿਸੀਜ਼ਨ ਡਾਇਰੈਕਟਲੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਸਾਰੇ ਲੋਕ ਇਕੱਠੇ ਬੈਠ ਕੇ ਡਿਸੀਜ਼ਨ ਲੈ ਸਕਦੇ ਆ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ। ਸਾਡੇ ਇੱਥੇ ਇਨਡਾਇਰੈਕਟ ਡੈਮੋਕ੍ਰੇਸੀ ਆ, ਅਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਜਿਨ੍ਹਾਂ ਨੂੰ ਅਸੀਂ MLA ਜਾਂ MP ਕਹਿੰਦੇ ਹਾਂ ਚੁਣਦੇ ਹਾਂ। ਦਿਸ ਇਜ਼ ਹਾਊ ਗ੍ਰਾਮ ਸਭਾ ਸ਼ੁੱਡ ਵਰਕ ਇਨ ਏ ਵਿਲੇਜ। ਅਤੇ ਆਪਾਂ ਇਸ ਨੂੰ ਅਪਲਾਈ ਆਪਣੀ ਗ੍ਰਾਮ ਸਭਾ 'ਤੇ ਵੀ ਕਰ ਸਕਦੇ ਹਾਂ, ਜਿਹਨੂੰ ਆਪਾਂ ਗ੍ਰਾਮ ਦੀ ਜਿਹਨੂੰ ਪੰਚਾਇਤ ਜਾਂ ਕਹਿ ਸਕਦੇ ਹਾਂ, ਜਿੱਥੇ ਸਰਪੰਚ ਚੁਣਿਆ ਜਾਂਦਾ। ਤਾਂ ਆਪਾਂ ਸ਼ੁੱਡ ਵਰਕ ਇਨ ਵਿਲੇਜ ਕਿਵੇਂ ਕੰਮ ਕਰਦੀ ਹੈ ਉਹਦੇ ਬਾਰੇ ਆਪਾਂ ਪੜ੍ਹ ਸਕਦੇ ਹਾਂ, ਜੱਜ ਕਰ ਸਕਦੇ ਹਾਂ। ਸ਼ਹਿਰਾਂ ਦੇ ਵਿੱਚ MC ਹੁੰਦੇ ਆ, ਤਾਂ MC ਦੀ ਜਿਹੜੀ ਕਾਰਗੁਜ਼ਾਰੀ ਆ ਉਹ ਜੱਜ ਕਰ ਸਕਦੇ ਹਾਂ ਕਿ ਕਿੱਦਾਂ ਕੰਮ ਕਰ ਰਿਹਾ, ਡੈਮੋਕ੍ਰੇਟਿਕ ਵੇ ਨਾਲ ਕੰਮ ਕਰਦੇ ਆ ਜਾਂ ਲੋਕਾਂ ਨਾਲ ਭੇਦਭਾਵ ਕਰਦੇ ਆ। ਇਹ ਸਾਰੀਆਂ ਚੀਜ਼ਾਂ ਸਾਨੂੰ ਪ੍ਰੈਕਟੀਕਲੀ ਸਿਖਾਉਂਦੀਆਂ ਕਿ ਕਿੱਦਾਂ ਦੀ ਜਿਹੜੀ ਹੈਗੀ ਆ ਰੂਲਿੰਗ ਹੋ ਰਹੀ ਆ, ਕਿੱਦਾਂ ਦੀ ਸਰਕਾਰ ਆ, ਛੋਟੇ ਲੈਵਲ ਤੋਂ ਵੱਡੇ ਲੈਵਲ ਤੱਕ, ਗ੍ਰਾਮ ਪੰਚਾਇਤ ਤੋਂ ਲੈ ਕੇ ਉੱਪਰ ਤੱਕ ਅਸੀਂ ਦੇਖ ਸਕਦੇ ਹਾਂ ਕਿ ਕਿੱਦਾਂ ਦਾ ਰੂਲ ਸਾਡੇ ਕੰਟਰੀ ਦੇ ਵਿੱਚ ਚੱਲ ਰਿਹਾ ਹੈਗਾ। This is how a Gram Sabha should work in a village. Can you think of some other democratic way of decision making? ਕੀ ਤੁਸੀਂ ਸੋਚ ਸਕਦੇ ਹੋ ਕਿ ਹੋਰ ਵੀ ਜਿਹੜੇ ਵੇ ਆ ਜਿਹਦੇ ਨਾਲ ਡਿਸੀਜ਼ਨ ਮੇਕਿੰਗ ਡੈਮੋਕ੍ਰੇਟਿਕ ਹੋ ਸਕਦੀ ਹੈ? Can you think of some other democratic way of decision making? ਦੂਸਰੇ ਹੋਰ ਕਿਹੜੇ ਰਸਤੇ ਆ ਜਿਨ੍ਹਾਂ ਨਾਲ ਸਾਡੇ ਡਿਸੀਜ਼ਨ ਡੈਮੋਕ੍ਰੇਟਿਕ ਹੋਏ ਹਨ, ਲੋਕਾਂ ਨਾਲ ਭੇਦਭਾਵ ਨਾ ਹੋਵੇ। ਅਤੇ ਇੱਥੇ ਬੱਚੇ ਅੱਗੇ ਪੜ੍ਹਦੇ ਹਾਂ। ਦਿਸ ਆਲਸੋ ਮੀਨਸ ਦੈਟ ਨੋ ਕੰਟਰੀ ਇਜ਼ ਪਰਫੈਕਟ ਡੈਮੋਕ੍ਰੇਸੀ। ਤਾਂ ਆਪਾਂ ਇੱਥੇ ਪੜ੍ਹਦੇ ਹਾਂ ਕਿ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਕੰਟਰੀ ਇਜ਼ ਅ ਪਰਫੈਕਟ ਡੈਮੋਕ੍ਰੇਸੀ ਨਹੀਂ ਗੀ। ਦ ਫਿਊਚਰ ਆਫ ਡੈਮੋਕ੍ਰੇਸੀ ਦੈਟ ਵੀ ਡਿਸਕਸਡ ਇਨ ਦ ਚੈਪਟਰ ਪ੍ਰੋਵਾਈਡ ਓਨਲੀ ਦ ਮਿਨੀਮਲ ਕੰਡੀਸ਼ਨ ਆਫ ਡੈਮੋਕ੍ਰੇਸੀ। ਹੁਣ ਜਿਹੜੇ ਆਪਾਂ ਉੱਪਰ ਸਾਰੇ ਰੂਲਸ ਐਂਡ ਰੈਗੂਲੇਸ਼ਨ ਪੜ੍ਹੇ ਆ ਨਾ, ਉਹ ਮਿਨੀਮਲ ਆ, ਵੀ ਘੱਟੋ ਘੱਟ ਇਹ ਤਾਂ ਹੋਣੇ ਚਾਹੀਦੇ ਆ ਕਿਸੇ ਵੀ ਡੈਮੋਕ੍ਰੇਟਿਕ ਸਰਕਾਰ ਦੇ ਵਿੱਚ, ਆਹ ਵਾਲੇ ਫੀਚਰ ਹੋਣੇ ਚਾਹੀਦੇ ਆ, ਉਹਨੂੰ ਆਪਾਂ ਡੈਮੋਕ੍ਰੇਟਿਕ ਕਹਿ ਸਕਦੇ ਹਾਂ। ਬਟ ਗੁੱਡ ਡੈਮੋਕ੍ਰੇਸੀ ਹੈ ਜਾਂ ਬੈਡ ਡੈਮੋਕ੍ਰੇਸੀ ਹੈ, ਡਿਪੈਂਡ ਕਰਦਾ ਉਹ ਸਰਕਾਰ ਲੋਕ ਉਹਨੂੰ ਕਿੰਨਾ ਪ੍ਰੈਫਰ ਕਰਦੇ ਆ। ਦੈਟ ਡਜ਼ ਨਾਟ ਮੇਕ ਇਟ ਐਨ ਆਈਡਲ ਡੈਮੋਕ੍ਰੇਸੀ। ਇਹ ਜ਼ਰੂਰੀ ਨਹੀਂ ਕਿ ਇੱਕ ਆਈਡਲ ਡੈਮੋਕ੍ਰੇਸੀ ਬਣ ਜੇ। ਕਈਆਂ ਕੰਟਰੀਆਂ ਦੇ ਵਿੱਚ ਸਰਕਾਰ ਉੱਥੇ ਡੈਮੋਕ੍ਰੇਸੀ ਨਹੀਂ ਗੀ, ਕੰਸਟੀਟਿਊਸ਼ਨਲ ਮੋਨਾਰਕੀ ਜਿਵੇਂ UK ਦੇ ਵਿੱਚ, ਪਰ ਉਹਨਾਂ ਦੇ ਸਾਰੇ ਜਿਹੜੇ ਫੀਚਰਸ ਹੈਗੇ ਆ ਉਹ ਡੈਮੋਕ੍ਰੇਸੀ ਵਾਲੇ ਆ। ਬਹੁਤ ਵਧੀਆ ਲੋਕ ਆਰਾਮ ਨਾਲ ਖੁਸ਼ ਆ ਆਪਣੀ ਸਰਕਾਰ ਤੋਂ, ਇਸ ਕਰਕੇ ਕਹਿੰਦੇ ਕਿ ਵਧੀਆ ਟਾਈਪ ਦੀ ਡੈਮੋਕ੍ਰੇਟਿਕ ਗਵਰਨਮੈਂਟ ਆ। ਦੈਟ ਡਜ਼ ਨਾਟ ਮੇਕ ਇਟ ਐਨ ਆਈਡਲ ਡੈਮੋਕ੍ਰੇਸੀ। ਐਵਰੀ ਡੈਮੋਕ੍ਰੇਸੀ ਹੈਜ਼ ਟੂ ਟਰਾਈ ਟੂ ਰਿਲਾਈਜ਼ ਦ ਆਈਡਲ ਆਫ ਡੈਮੋਕ੍ਰੇਟਿਕ ਡਿਸੀਜ਼ਨ ਮੇਕਿੰਗ।
ਤਾਂ ਉਹਨਾਂ ਸਾਰੀਆਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਕਿ ਉਹ ਡਿਸੀਜਨ ਇਸ ਹਿਸਾਬ ਨਾਲ ਲੈਣ ਕਿ ਉਹਨਾਂ ਦੇ ਸਾਰੇ ਡਿਸੀਜਨ ਡੈਮੋਕ੍ਰੈਟਿਕ ਵੇ ਨਾਲ ਹੋਣ। ਦਿਸ ਕੈਨ ਨਾਟ ਬੀ ਅਚੀਵਡ ਵਨਸ ਐਂਡ ਫਾਰ ਆਲ। ਇਹ ਪੋਸੀਬਲ ਨਹੀਂ ਗਾ ਕਿ ਇੱਕੋ ਵਾਰੀ 'ਚ ਆਪਾਂ ਇਹ ਚੀਜ਼ ਨੂੰ ਕੰਪਲੀਟ ਕਰ ਸਕੀਏ, ਲਾਗੂ ਕਰ ਸਕੀਏ। ਦਿਸ ਰਿਕੁਆਇਰਸ ਏ constant effort to save and strengthen democratic form of decision making। ਤੇ ਸਾਨੂੰ ਲਗਾਤਾਰ ਜ਼ਰੂਰਤ ਹੈ ਇਹ ਚੀਜ਼ ਨੂੰ ਕਿ ਕੌਂਸਟੈਂਟ ਰੂਪ ਲਗਾਤਾਰ ਕੰਟੀਨਿਊ ਆਪਾਂ ਇਹ ਚੀਜ਼ਾਂ ਕਰਦੇ ਆਈਏ। ਲੋਕਾਂ ਨੂੰ ਫਿਰ ਜਿਹੜੇ ਹੈਗੇ ਆਦਤ ਪੈ ਜਾਂਦੀ ਹੈ, ਹੈਬਚੁਅਲ ਹੋ ਜਾਂਦੇ ਲੋਕ ਕਿ ਉਹ ਉਹਨਾਂ ਦੇ ਜਿਹੜੇ ਸਾਰੇ ਡਿਸੀਜ਼ਨ ਆ ਡੈਮੋਕ੍ਰੈਟਿਕ ਹੋਣ। ਵਟ ਵੀ ਡੂ ਐਜ਼ ਸਿਟੀਜ਼ਨ ਕੈਨ ਮੇਕ ਏ ਡਿਫਰੈਂਸ ਟੂ ਮੇਕਿੰਗ ਇਨ ਆਵਰ ਕੰਟਰੀ ਮੋਰ ਔਰ ਲੈਸ ਡੈਮੋਕ੍ਰੈਟਿਕ। ਤਾਂ ਸਾਨੂੰ ਕੀ ਕਰਨਾ ਚਾਹੀਦਾ ਐਜ਼ ਏ ਸਿਟੀਜ਼ਨ ਆਫ ਇੰਡੀਆ ਕਿ ਅਸੀਂ ਆਪਣੀ ਕੰਟਰੀ ਨੂੰ ਜਾਂ ਤਾਂ ਬਹੁਤ ਜ਼ਿਆਦਾ ਡੈਮੋਕ੍ਰੈਟਿਕ ਬਣਾ ਦਈਏ ਅਤੇ ਜਾਂ ਫਿਰ ਲੈਸ ਡੈਮੋਕ੍ਰੈਟਿਕ ਬਣਾਈਏ। ਕਿਹੜੀਆਂ ਸਾਨੂੰ ਸੋਚਣਾ ਪਊਗਾ ਕਿ ਕਿਹੜੀਆਂ ਕੰਮ ਜਾਂ ਕਿਹੜੀਆਂ ਗੱਲਾਂ ਸਾਨੂੰ ਪ੍ਰੈਕਟਿਸ ਨਾ ਕਰੀਏ ਜਿਹਦੇ ਕਰਕੇ ਸਾਡੇ ਦੇਸ਼ ਦਾ ਨੁਕਸਾਨ ਹੋਵੇ ਔਰ ਸਾਡੀ ਡੈਮੋਕ੍ਰੇਸੀ ਨੂੰ ਖਤਰਾ ਹੋਵੇ, ਅਤੇ ਕਿਹੜੇ ਵਧੀਆ ਕੰਮ ਅਸੀਂ ਕਰੀਏ ਜਿਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੈਟਿਕ ਵੇ ਸਾਨੂੰ ਝਲਕਦਾ ਨਜ਼ਰ ਆਵੇ। ਦਿਸ ਇਜ਼ ਅ ਸਟਰੈਂਥ ਐਂਡ ਦ ਵੀਕਨੈਸ ਆਫ ਡੈਮੋਕ੍ਰੇਸੀ। ਅਤੇ ਸਾਡੇ ਜਿਹੜੇ ਅਸੀਂ ਕੰਮ ਕਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਪ੍ਰੈਕਟਿਸ ਕਰਦੇ ਹਾਂ ਡੇਲੀ ਲਾਈਫ ਦੇ ਵਿੱਚ, ਉਹੀ ਸਾਡੇ ਦੇਸ਼ ਦੀ ਸਟਰੈਂਥ ਬਣਾਉਂਦੀ ਹੈ। ਐਂਡ ਜਿਹੜੇ ਅਸੀਂ ਚੰਗੇ ਡਿਸੀਜ਼ਨ ਨਹੀਂ ਲੈਂਦੇ ਗੇ, ਕੋਈ ਰੇਸਿਜ਼ਮ ਨੂੰ ਪ੍ਰੈਕਟਿਸ ਕਰਦਾ ਕੋਈ ਪਰਸਨ, ਤਾਂ ਉਹ ਵੀਕਨੈਸ ਹੋ ਜਾਂਦੀ ਹੈ ਡੈਮੋਕ੍ਰੇਸੀ ਦੀ। ਦ ਫੇਟ ਆਫ ਦ ਕੰਟਰੀ ਡਿਪੈਂਡ ਨਾਟ ਜਸਟ ਔਨ ਵਟ ਦ ਰੂਲਰ ਡੂ। ਸਾਡਾ ਜਿਹੜਾ ਹੈਗਾ ਲੱਕ ਹੈ ਕੰਟਰੀ ਦਾ, ਕਿਸਮਤ ਦਾ, ਉਹ ਇਸ ਚੀਜ਼ 'ਤੇ ਡਿਪੈਂਡ ਨਹੀਂ ਕਰਦੀ ਕਿ ਰੂਲਰ ਕੀ ਕਰਦਾ, ਬਟ ਮੇਨਲੀ ਵਟ ਵੀ। ਇਹ ਵੀ ਚੀਜ਼ 'ਤੇ ਕਾਊਂਟ ਕਰਦੀ ਕਿ ਅਸੀਂ ਕਿਵੇਂ ਕੰਮ ਕਰਦੇ ਹਾਂ ਡੈਮੋਕ੍ਰੇਸੀ ਦੇ ਵਿੱਚ। ਪ੍ਰੋਫੈਸ਼ਨਲ ਵਰਕ ਦੀ ਨਹੀਂ ਗੱਲ ਕਰਦੇ ਕਿ ਕਿਵੇਂ ਅਸੀਂ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣੀ ਡੈਮੋਕ੍ਰੇਸੀ। ਐਜ਼ ਏ ਸਿਟੀਜ਼ਨ ਡੂ, ਅਸੀਂ ਐਜ਼ ਏ ਸਿਟੀਜ਼ਨ ਕੀ ਕਰਦੇ ਹਾਂ। ਦਿਸ ਇਜ਼ ਵਟ ਡਿਸਟਿੰਗੁਇਸ਼ ਡੈਮੋਕ੍ਰੇਸੀ ਫਰੋਮ ਅਦਰ ਗੌਰਮੈਂਟ। ਤਾਂ ਇਹ ਕੀ ਫ਼ਰਕ ਹੈ ਕਿ ਡੈਮੋਕ੍ਰੇਸੀ ਦੂਜੀਆਂ ਸਰਕਾਰਾਂ ਨਾਲੋਂ ਵੱਖਰੀ ਹੈ। ਡੈਮੋਕ੍ਰੇਸੀ ਫਰੋਮ ਅਦਰ ਗੌਰਮੈਂਟ, ਦੂਜੀ ਜਿਹੜੀਆਂ ਗੌਰਮੈਂਟਸ ਆ ਉਹਨਾਂ ਨਾਲ ਵੱਖਰੀ ਕਿਵੇਂ ਹੈ। ਅਦਰ ਫਾਰਮ ਆਫ ਗੌਰਮੈਂਟ ਲਾਈਕ ਮਨਾਰਕੀ, ਡਿਕਟੇਟਰਸ਼ਿਪ ਔਰ ਵਨ ਪਾਰਟੀ ਰੂਲ ਡੋਂਟ ਰਿਕੁਆਇਰ ਆਲ ਸਿਟੀਜ਼ਨ ਟੂ ਟੇਕ ਪਾਰਟ ਇਨ ਪੋਲੀਟਿਕਸ। ਤਾਂ ਹੁਣ ਆਪਾਂ ਨੂੰ ਇੱਥੇ ਕਲੀਅਰ ਪਤਾ ਲੱਗ ਗਿਆ ਕਿ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਹਿੱਸਾ ਲੈਣ ਦਾ ਰਾਈਟ ਹੁੰਦਾ, ਉਹਨਾਂ ਕੋਲ ਅਧਿਕਾਰ ਹੁੰਦਾ ਪੋਲੀਟਿਕਸ ਦੇ ਵਿੱਚ। ਜਦੋਂ ਕਿ ਮਨਾਰਕੀ ਦੇ ਵਿੱਚ ਜਿੱਥੇ ਕਿੰਗਸ਼ਿਪ ਆ ਉਹਦੇ ਸਿਰਫ ਕਿੰਗ ਹੀ ਸਾਰੇ ਫੈਸਲੇ ਲੈਂਦਾ। ਡਿਕਟੇਟਰਸ਼ਿਪ ਦੇ ਵਿੱਚ ਵੀ ਸੇਮ ਹੀ ਹੁੰਦਾ, ਆਰਮੀ ਰੂਲਰ ਜਿਹੜਾ ਸਾਰੇ ਫੈਸਲੇ ਲੈਂਦਾ। ਅਤੇ ਵਨ ਪਾਰਟੀ ਦੇ ਵਿੱਚ ਵੀ ਜਿਵੇਂ ਚਾਈਨਾ ਦੇ ਵਿੱਚ ਆ ਕਿ ਸਿਰਫ ਵਨ ਪਾਰਟੀ ਹੀ ਸਾਰੇ ਡਿਸੀਜ਼ਨ ਲੈਂਦੀ ਆ। ਤਾਂ ਲੋਕਾਂ ਨੂੰ ਫਿਰ ਕੋਈ ਰਾਈਟ ਨਹੀਂ ਰਹਿ ਜਾਂਦਾ ਕਿ ਉਹ ਆਪਣੇ ਓਪੀਨੀਅਨ, ਆਪਣੇ ਵਿਚਾਰ ਉਹ ਦੱਸ ਸਕਣ। ਇਨਫੈਕਟ ਮੋਸਟ ਨਾਨ ਡੈਮੋਕ੍ਰੈਟਿਕ ਗਵਰਨਮੈਂਟ ਵੁੱਡ ਲਾਈਕ ਸਿਟੀਜ਼ਨ ਨਾਟ ਟੇਕ ਪਾਰਟ ਇਨ ਪੋਲੀਟਿਕਸ। ਅਤੇ ਜਿਵੇਂ ਆਪਾਂ ਪੜ੍ਹ ਕੇ ਆਏ ਹਾਂ ਕਿ ਨਾਨ ਡੈਮੋਕ੍ਰੈਟਿਕ ਗੌਰਮੈਂਟ ਦੇ ਵਿੱਚ ਇਹੀ ਹੁੰਦਾ ਕਿ ਜਿਹੜੇ ਸਿਟੀਜ਼ਨ ਆ ਉਹ ਪੋਲੀਟਿਕਸ ਦਾ ਪਾਰਟ ਨਹੀਂ ਹੁੰਦੇ, ਉਹਨੂੰ ਰਾਈਟ ਨਹੀਂ ਹੁੰਦੇ ਗੇ। ਬਟ ਡੈਮੋਕ੍ਰੇਸੀ ਡਿਪੈਂਡ ਔਨ ਐਕਟਿਵ ਪੋਲੀਟੀਕਲ ਪਾਰਟੀਸਪੇਸ਼ਨ ਬਾਏ ਦ ਸਿਟੀਜ਼ਨ। ਪਰ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਿਟੀਜ਼ਨ ਹੁੰਦੇ ਆ ਉੱਥੋਂ ਦੇ, ਉਹ ਐਕਟਿਵ ਹੁੰਦੇ ਆ, ਉਹਨਾਂ ਦੀ ਪੋਲੀਟੀਕਲ ਪਾਰਟੀਸਪੇਸ਼ਨ ਬਹੁਤ ਐਕਟਿਵਨੈਸ ਨਾਲ ਜਿਹੜੀ ਹੁੰਦੀ ਸ਼ਾਮਲ ਹੁੰਦੀ ਆ। ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਹਨੂੰ ਚੁਣਨਾ, ਕਦੋਂ ਵੋਟਿੰਗ ਹੋਣਗੀਆਂ। ਇੰਟਰਸਟ ਵੀ ਕਈ ਲੋਕਾਂ ਦਾ, ਬਹੁਤ ਲੋਕ ਕੀਨ ਹੁੰਦੇ ਆ, ਬਹੁਤ ਜ਼ਿਆਦਾ ਇੰਟਰਸਟਡ ਹੁੰਦੇ ਆ ਪੋਲੀਟਿਕਸ ਦੇ ਵਿੱਚ, ਹਮੇਸ਼ਾ ਉਹ ਐਕਟਿਵ ਰਹਿੰਦੇ ਆ। ਆਮ ਲੋਕ ਵੀ ਐਕਟਿਵ ਰਹਿੰਦੇ ਆ। ਹੁਣ ਚੋਣਾਂ ਆ ਰਹੀਆਂ, ਕਿਸ ਨੂੰ ਆਪਣਾ ਸਰਪੰਚ ਚੁਣਨਾ, ਕਿਸ ਨੂੰ MC ਚੁਣਨਾ, ਆਪਣਾ CM ਕੌਣ ਹੋਊਗਾ, PM ਕੌਣ ਹੋਊਗਾ। ਬਟ ਨਾਓ ਅ ਡੇਜ਼ ਹੁਣ ਲੋਕ ਬਹੁਤ ਹੋਰ ਵੀ ਐਕਟਿਵ ਹੋ ਰਹੇ ਆ ਸੋਸ਼ਲ ਮੀਡੀਆ ਦੇ ਕਰਕੇ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ ਕਿ ਵੋਟਿੰਗ ਸਿਸਟਮ ਕੀ ਹੁੰਦਾ, ਸਰਪੰਚ ਦਾ ਕੀ ਯੋਗਦਾਨ ਆ। ਜਿਹੜੇ ਲੈਸ ਐਜੂਕੇਟਡ ਪੀਪਲ ਆ ਉਹ ਵੀ ਇਹਨਾਂ ਚੀਜ਼ਾਂ ਤੋਂ ਜਾਣੂ ਹੋ ਰਹੇ ਆ। ਹੁਣ ਲੋਕਾਂ ਦਾ ਓਪੀਨੀਅਨ ਜਿਹੜਾ ਹੈਗਾ ਉਹਨੂੰ ਬਦਲਣ ਦੀ ਸਮਰੱਥਾ ਰੱਖਦਾ ਸੋਸ਼ਲ ਮੀਡੀਆ। ਦੈਟ ਇਜ਼ ਵਾਈ ਅ ਸਟੱਡੀ ਆਫ ਡੈਮੋਕ੍ਰੇਸੀ ਮਸਟ ਫੋਕਸ ਔਨ ਡੈਮੋਕ੍ਰੈਟਿਕ ਪੋਲੀਟਿਕਸ। ਇਸ ਲਈ ਜਿਹੜੀ ਸਟੱਡੀ ਆ ਡੈਮੋਕ੍ਰੇਸੀ ਦੀ ਉਹ ਫੋਕਸ ਸਿਰਫ ਇਹ ਕਰਦੀ ਹੈ ਕਿ ਡੈਮੋਕ੍ਰੈਟਿਕ ਪੋਲੀਟਿਕਸ ਨੂੰ ਹੀ ਪ੍ਰੈਕਟਿਸ ਕੀਤਾ ਜਾਵੇ। ਡੈਮੋਕ੍ਰੈਟਿਕ ਪੋਲੀਟਿਕਸ ਦਾ ਮੀਨਸ ਕੀ ਆ ਕਿ ਡੈਮੋਕ੍ਰੈਟਿਕ ਸਾਰੇ ਵੇ ਹੋਣ ਇਲੈਕਸ਼ਨ ਨੂੰ ਕੈਂਪੇਨ ਕਰਨ ਦਾ, ਇਲੈਕਸ਼ਨ ਨੂੰ ਜਿੱਤਣ ਦਾ,
ਰੂਲ ਐਂਡ ਰੈਗੂਲੇਸ਼ਨ ਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਵੇ ਆ ਉਹ ਸਾਰਾ ਡੈਮੋਕ੍ਰੇਟਿਕ ਹੋਵੇ, ਲੋਕਤੰਤਰੀ ਹੋਵੇ, ਲੋਕਾਂ ਦੁਆਰਾ ਹੋਵੇ, ਲੋਕਾਂ ਦੇ ਓਪੀਨੀਅਨ ਦੁਆਰਾ ਹੋਵੇ, ਤਾਂ ਆਪਾਂ ਨੂੰ ਡੈਮੋਕ੍ਰੇਟਿਕ ਪੋਲੀਟਿਕਸ ਕਹਾਂਗੇ। ਤੇ ਸਾਡੇ ਕੋਲੇ ਨੈਕਸਟ ਬੱਚੇ ਸਟੂਡੈਂਟ ਐਕਸਰਸਾਈਜ਼ ਆ, MCQs ਹੈ। ਜਦੋਂ ਤੁਹਾਨੂੰ ਇਹ ਤੁਸੀਂ ਵੀਡੀਓ ਦੇਖ ਲਓਗੇ ਉਸ ਤੋਂ 1 ਡੇ ਆਫਟਰ ਤੁਸੀਂ ਇਹ ਬੁੱਕ ਵਰਕ ਵਿਦਿਨ 2 ਜਾਂ 3 ਡੇਜ਼ ਤੁਸੀਂ ਬਾਏ ਸੈਲਫ ਓਨਲੀ ਬੁੱਕ ਵਰਕ ਤੁਸੀਂ ਕੰਪਲੀਟ ਕਰਨਾ। ਕਿਹੜੇ ਕੁਐਸਚਨ ਦਾ ਆਨਸਰ MCQ ਦੇ ਵਿੱਚ ਉਹ ਚਾਰਾਂ ਆਪਸ਼ਨਾਂ 'ਚ ਤੁਹਾਡਾ ਆਨਸਰ ਕੀ ਹੈ, ਤੁਸੀਂ ਆਪਣਾ ਆਨਸਰ ਟਿਕ ਕਰਕੇ ਇਹਦੀ ਪਿਕਚਰ ਕੈਪਚਰ ਕਰਕੇ ਬਾਏ ਫੋਨ ਯੂ ਵਿਲ ਸੈਂਡ ਟੂ ਮੀ ਬਾਏ WhatsApp ਨੈਸੈਸਰੀ ਫॉर ਆਲ ਸਟੂਡੈਂਟ। ਜਿੰਨੇ ਵੀ MCQ ਹੈਗੇ ਆ ਨੰਬਰ 5 6 7 8 ਤੱਕ ਤੁਹਾਡੇ MCQs ਨੇ, 8 9 10 ਤੱਕ ਜਿੰਨੇ ਵੀ ਤੁਹਾਡੇ MCQ ਆ ਤੁਸੀਂ ਪੜ੍ਹਨੇ ਆ ਖੁਦ, ਔਰ ਉਹਨਾਂ ਦੇ ਆਨਸਰ ਟਿਕ ਕਰਕੇ ਕਿਹੜੇ MCQ ਦਾ ਕੀ ਆਨਸਰ ਆ ਪਿਕਚਰ ਕਲੈਕਟ ਕਰਕੇ ਤੁਸੀਂ ਸੈਂਡ ਕਰਨੀ ਆ। ਇਹਦੇ ਨਾਲ ਹੀ ਆਪਣਾ 6th ਚੈਪਟਰ ਨੰਬਰ 3 ਕੰਪਲੀਟ ਹੁੰਦਾ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਨੈਕਸਟ ਚੈਪਟਰ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਥੈਂਕ ਯੂ ਵੈਰੀ ਮੱਚ।